ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋਂ, ਹਿਰਦੈ ਨਿਤ ਧਿਆਵੋਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋਂ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਕਰੋਂ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਜਗਤ ਜੋਤ ਜਗਮਗਤ, ਜਗਤ ਜੋਤ ਜਗਮਗਤ। ਜੁਤ ਨਿਤ ਅਬ ਮਤ ਚਿਤ ਦੇਤ। ਸੂਲ ਹਰੀ ਮੰਗਲ ਕਰੀ, ਜੈ ਜੈ ਕਿਰਪਾ ਨਿਕੇਤ। ਜਗਤ ਜੋਤ ਜਗਮਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ੰਦ ਪਿਤਾ ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਹੇ ਹਨ ਸਾਨੂੰ ਕਲਯੁਗੀ ਜੀਵਾਂ ਨੂੰ, ਜਿੱਥੇ ਇਸ ਭਵਜਲ ਸੰਸਾਰ ਦੇ ਵਿੱਚ ਜੀਵਨ ਦੀ ਸਫਲਤਾ ਵਾਸਤੇ ਸ਼ੁਭ ਉਪਦੇਸ਼ ਦੀ ਦਾਤ ਬਖਸ਼ਦੇ ਹਨ। ਉੱਥੇ ਨਾਲ ਦੇ ਨਾਲ ਮੇਰੇ ਸਤਿਗੁਰੂ ਪਾਤਸ਼ਾਹ ਪਰਮੇਸ਼ਵਰ ਦੇ ਨਾਮ ਸਿਮਰਨ ਦੀਆਂ ਦਾਤਾਂ ਵੰਡਣ ਵਾਸਤੇ ਤੀਰਥ ਯਾਤਰਾ ਦਾ ਰਟਨ ਸ਼ੁਰੂ ਕੀਤਾ ਹੋਇਆ ਹੈ। ਸਤਿਗੁਰੂ ਅੰਤਰਜਾਮੀ ਜੀ ਬਖਸ਼ੰਦ ਪਿਤਾ ਬਖਸ਼ਿਸ਼ ਕੀਤੀ ਹੈ। ਕੁਰਖੇਤਰ 'ਤੇ ਗਏ ਨੇ, ਉਸ ਤੋਂ ਬਾਅਦ ਗੰਗਾ 'ਤੇ ਗਏ ਹਨ। ਬੜੇ ਭਾਰੀ ਜੋੜ ਮੇਲੇ ਇੱਥੇ ਲੱਗਦੇ, ਦੁਨੀਆ ਬਹੁਤ ਇਕੱਤਰ ਹੁੰਦੀ। ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਮੌਕਿਆਂ ਦਾ ਫਾਇਦਾ ਦੇਣ ਵਾਸਤੇ ਦੁਨੀਆ ਨੂੰ, ਕਿ ਜਿਹੜੇ ਕਰਮਾਂ ਵਿੱਚ ਇਹ ਜੀਵ ਲੱਗੇ ਹੋਏ ਨੇ, ਇਹਨਾਂ ਨਾਲ ਜੀਵਾਂ ਦੀ ਮੁਕਤੀ ਨਹੀਂ ਹੋਣੀ, ਸੁੱਖ ਨਹੀਂ ਮਿਲਣਾ ਲੋਕ ਪਰਲੋਕ ਦਾ। ਇਸ ਵਾਸਤੇ ਪਰਮੇਸ਼ਵਰ ਦੇ ਨਾਮ ਦੇ ਸਿਮਰਨ ਦੀ ਪ੍ਰੇਰਨਾ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਤੀਰਥਾਂ 'ਤੇ ਜਾ ਕਰਕੇ ਬਹੁਤੀ ਦੁਨੀਆ ਜਿੱਥੇ ਇਕੱਠੀ ਹੋਈ, ਉਹਨਾਂ ਨੂੰ ਸ਼ੁਭ ਉਪਦੇਸ਼ ਬਖਸ਼ਿਸ਼ ਕੀਤੇ ਹਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਕਿਰਪਾ ਕਰਕੇ ਸਿੱਖੀ ਦਾਨ ਪ੍ਰਦਾਨ ਕਰਕੇ ਨਾਮ ਸਿਮਰਨ ਦਾ ਉਪਦੇਸ਼ ਦੇ ਕਰਕੇ ਜੀਵਾਂ ਨੂੰ ਨਿਹਾਲ ਕੀਤਾ ਹੈ। ਜਿਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਬਖਸ਼ਿਸ਼ ਕਰ ਰਹੇ ਨੇ, ਇਉਂ ਸਾਨੂੰ ਵੇਦਾਂ ਸ਼ਾਸਤਰਾਂ ਦਾ ਗਿਆਨ ਵੀ ਕਵੀ ਜੀ ਇਸ ਧਰਮ ਗ੍ਰੰਥ ਵਿੱਚ ਬਖਸ਼ਿਸ਼ ਕਰ ਰਹੇ ਨੇ।
ਪੁਰਾਤਨ ਕਥਾਵਾਂ ਵੀ ਜਿਵੇਂ ਹਨ ਪੁਰਾਣਾ ਆਦਿਕ ਦੇ ਵਿੱਚ, ਇਸ ਪ੍ਰਕਾਰ ਉਹਨਾਂ ਦਾ ਵੀ ਸਾਨੂੰ ਗਿਆਨ ਦੇ ਰਹੇ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਉਪਦੇਸ਼ ਦੀਆਂ ਬਰਕਤਾਂ ਜਿਹੜੀਆਂ ਨੇ ਪਾਵਨ ਪਵਿੱਤਰ ਸੋ ਇਹਨਾਂ ਪ੍ਰਸੰਗਾਂ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਸੋ ਮੇਰੇ ਸਤਿਗੁਰੂ ਪਾਤਸ਼ਾਹ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਜੀ ਨੇ ਇਉਂ ਬਖਸ਼ਿਸ਼ ਕੀਤੀ ਹੈ। ਤੋ ਜਿਸ ਤਰੀਕੇ ਦੇ ਨਾਲ ਸੋ ਗੰਗਾ 'ਤੇ ਜਾ ਕਰਕੇ ਤੋ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਇੱਕ ਭਰਮ ਬਣਾਇਆ ਸੀ ਕਿ ਕਿਸੇ ਨੂੰ ਚੌਂਕੇ 'ਤੇ ਨਹੀਂ ਚੜ੍ਹਨ ਦੇਣਾ, ਗਊ ਦਾ ਗੋਬਰ ਫੇਰਨਾ, ਲਕੀਰਾਂ ਖਿੱਚ ਲੈਣੀਆਂ, ਕਿਸੇ ਦਾ ਪਰਛਾਵਾਂ ਨਾ ਆਵੇ, ਬ੍ਰਾਹਮਣ ਤੋਂ ਬਿਨਾਂ ਚੌਂਕੇ 'ਤੇ ਨਾ ਚੜ੍ਹੇ, ਕੋਈ ਚੰਗਾ ਬ੍ਰਾਹਮਣ ਹੀ ਜਿਹੜਾ ਉਹੀ ਭੋਜਨ ਤਿਆਰ ਕਰ ਸਕਦਾ, ਦੂਜਾ ਕੋਈ ਤਿਆਰ ਹੀ ਨਹੀਂ ਕਰ ਸਕਦਾ। ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਮਹਾਰਾਜ ਲੰਗਰ ਛਕੋ। ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ ਵੀ ਠੀਕ ਹੈ। ਲਕੀਰਾਂ ਖਿੱਚ ਕੇ ਚੌਂਕੇ 'ਤੇ ਲੈ ਗਏ। ਗੁਰੂ ਸਾਹਿਬ ਨੂੰ ਕਹਿੰਦੇ ਜੀ ਆਹ ਸਾਡਾ ਚੌਂਕਾ ਬਣਾਇਆ, ਪਵਿੱਤਰ ਥਾਂ ਹੈ, ਇੱਥੇ ਮਹਾਰਾਜ ਬੈਠ ਕੇ ਲੰਗਰ ਛਕੋ। ਗੁਰੂ ਮਹਾਰਾਜ ਕਹਿੰਦੇ ਵੀ ਚੌਂਕਾ ਤਾਂ ਗਿਆ ਪਿੱਟਿਆ ਭਾਈ, ਖਰਾਬ ਹੋ ਗਿਆ। ਕਹਿੰਦੇ ਮਹਾਰਾਜ ਅਸੀਂ ਤਾਂ ਗਊ ਦੇ ਗੋਬਰ ਦਾ ਪੋਚਾ ਦਿੱਤਾ ਹੈ, ਕਿਸੇ ਦਾ ਪਰਛਾਵਾਂ ਨਹੀਂ ਆਉਣ ਦਿੱਤਾ, ਬੜੀ ਸੁਚਮ ਦੇ ਨਾਲ ਤਿਆਰ ਕੀਤਾ, ਤੇ ਪਿੱਟਿਆ ਕਿਵੇਂ ਗਿਆ। ਇਹਨਾਂ ਲੋਕਾਂ ਦੇ ਵਿੱਚ ਇਹ ਖਿਆਲ ਜੋ ਸਾਨੂੰ ਗੁਰੂ ਸਾਹਿਬ ਨੇ ਇਹਨਾਂ ਦੇ ਸਾਹਮਣੇ ਪ੍ਰਗਟ ਕੀਤੇ ਨੇ। ਹਜ਼ੂਰ ਕਹਿੰਦੇ ਵੀ ਜਦੋਂ ਤੱਕ ਤੁਸੀਂ ਨਹੀਂ ਸੀ ਨਾ ਆਏ ਉਦੋਂ ਤੱਕ ਤਾਂ ਅਸੀਂ ਸੋਚਾ, ਜਦੋਂ ਤੁਸੀਂ ਹੁਣ ਇਸ ਚੌਂਕੇ 'ਤੇ ਆਣ ਕੇ ਬੈਠੇ ਹੋ ਨਾ, ਤੁਹਾਡੇ ਆਉਣ ਦੇ ਨਾਲ ਕਹਿੰਦੇ ਇਹ ਹੁਣ ਪਿੱਟਿਆ ਗਿਆ। ਕਹਿੰਦੇ ਮਹਾਰਾਜ ਕੀ ਹੋਇਆ। ਹਜ਼ੂਰ ਕਹਿੰਦੇ ਵੀ ਦੇਖੋ ਜਿਨ੍ਹਾਂ ਤੋਂ ਤੁਸੀਂ ਨਫ਼ਰਤ ਕਰਦੇ ਹੋ ਤੁਹਾਡੇ ਅੰਦਰ ਬੈਠੇ ਆ ਔਗਣ, ਕੁਬੁੱਧ ਡੂਮਣੀ ਕੁਦਾਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆਥੀਆਂ ਜਾਂ ਚਾਰੇ ਬੈਠੀਆਂ ਨਾਲ। ਕਹਿੰਦੇ ਜਿਹੜੀ ਇਸ ਪ੍ਰਕਾਰ ਖੋਟੀ ਬੁੱਧੀ ਹੈ, ਗੁਰਬਾਣੀ ਦੇ ਬਚਨ ਹਨ ਸਤਿਗੁਰਾਂ ਦੇ, ਕੁਬੁੱਧ ਖੋਟੀ ਬੁੱਧ, ਭਈ ਸੱਚ ਧਰਮ 'ਤੇ ਟਿਕਣਾ ਨਹੀਂ। ਤੋ ਇਸ ਪ੍ਰਕਾਰ ਬੁੱਧੀ ਦੀਆਂ ਚਤੁਰਾਈਆਂ ਕਰਕੇ ਤੇ ਖੋਟੀ ਬੁੱਧੀ ਦੁਆਰਾ ਜੀਵਾਂ ਨੂੰ ਬਲ ਫਰੇਬ ਕਰਕੇ ਤੁਸੀਂ ਠੱਗਦੇ ਹੋ ਨਾ। ਮਹਾਰਾਜ ਕਹਿੰਦੇ ਇਹ ਤਾਂ ਡੂਮ ਦੇ ਘਰ ਵਾਲੀ ਮਰਾਛਣ ਹੈ। ਕੁਬੁੱਧ ਡੂਮਣੀ ਕੁਦਾਇਆ ਕਸਾ, ਜਿਹੜੀ ਖੋਟੀ ਦਇਆ ਕਰਦੇ ਹੋ ਤੋ ਲੁੱਟਣ ਪੁੱਟਣ ਵਾਸਤੇ ਭਾਵੇਂ ਕਿਸੇ ਦੀ ਜਾਨ ਵੀ ਚਲੀ ਜਾਵੇ, ਤੁਸੀਂ ਆਪਣਾ ਕੰਮ ਸਿੱਧ ਕਰਨਾ। ਐਸਾ ਦੇਖਿਆ ਗਿਆ ਹੈ ਕਾਫੀ। ਇਹ ਆਪ ਲੋਕਾਂ ਦੇ ਗਿਆਨ 'ਚ ਆਇਆ ਹੋਵੇਗਾ। ਜੇ ਕਿਸੇ ਦੇ ਘਰ ਪੁੱਤਰ ਨਾ ਹੋਵੇ ਤੇ ਕਹਿਣਾ ਵੀ ਇੰਜ ਕਰੋ, ਤੁਸੀਂ ਕਿਸੇ ਦਾ ਪੁੱਤਰ ਲਿਆਓ, ਉਸ ਦਾ ਪੁੱਤਰ ਮਾਰ ਕਰਕੇ ਤੇ ਅਸੀਂ ਮੰਤਰ ਪੜਾਂਗੇ ਤੁਹਾਡੇ ਘਰ ਪੁੱਤਰ ਹੋ ਜਾਓ। ਕੁਦਾਇਆ ਹੀ ਆ ਨਾ, ਖੋਟੀ ਦਇਆ। ਇਹੋ ਜਿਹੇ ਕੰਮ ਕਰਨਾ, ਇਹ ਤਾਂ ਕਸਾਈ ਦੇ ਘਰ ਵਾਲੀ। ਤੇ ਪਰਾਈ ਨਿੰਦਿਆ ਕਰਨੀ, ਸਾਡੀ ਸੋਭਾ ਹੋਣੀ ਚਾਹੀਦੀ ਹੈ, ਦੂਜੇ ਦੀ ਹੋਵੇ ਨਾ, ਉਹਨਾਂ ਦੀ ਨਿੰਦਿਆ ਕਰਨੀ। ਇਹ ਮਹਾਰਾਜ ਕਹਿੰਦੇ ਇਹ ਇਸ ਪ੍ਰਕਾਰ ਜਿਹੜੀ ਹੈ, ਇਸ ਪ੍ਰਕਾਰ ਪਰ ਨਿੰਦਾ ਘਟ ਚੂਹੜੀ ਭੰਗਣ ਹੈ, ਤੇ ਮੁੱਠੀ ਕ੍ਰੋਧ ਚੰਡਾਲ, ਤੇ ਜਿਹੜੀ ਕ੍ਰੋਧ ਵਾਲੀ ਬਿਰਤੀ ਰੱਖਦੇ ਹੋ, ਮੁੱਠੀ ਲੁੱਟਣ ਵਾਲੀ ਬਿਰਤੀ ਆ ਵੀ ਕਿਸੇ ਨਾ ਕਿਸੇ ਤਰੀਕਾ ਲੁੱਟ ਲਓ ਜਿਹਦੇ ਕੋਲ ਕੁਛ ਨਹੀਂ ਹੈ, ਇਹ ਚੰਡਾਲ ਦੇ ਘਰ ਵਾਲੀ ਚੰਡਾਲ। ਇਹ ਚਾਰ ਔਗਣ ਤਾਂ ਤੁਹਾਡੇ ਮਨਾਂ 'ਚ ਬੈਠੇ ਨੇ। ਭਾਵ ਸੀ ਬਾਹਰ ਦੇ ਚੌਂਕਿਆਂ ਦੇ ਸੁੱਚੇ ਕਰਨ ਦੇ ਨਾਲ ਚੌਂਕਾ ਸੁੱਚਾ ਨਹੀਂ, ਜਦੋਂ ਤੱਕ ਤੁਹਾਡਾ ਹਿਰਦੇ ਦਾ ਚੌਂਕਾ ਸੁੱਚਾ ਨਹੀਂ ਹੁੰਦਾ, ਔਗਣਾਂ ਨੂੰ ਤਿਆਗਦੇ ਨਹੀਂ। ਤੇ ਮੇਰੇ ਸਤਿਗੁਰੂ ਨੇ ਜਦੋਂ ਇਉਂ ਪ੍ਰੇਰਨਾ ਕੀਤੀ, ਇਹਨਾਂ ਲੋਕਾਂ ਨੂੰ ਕੋਈ ਸਮਝ ਆਈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਕੜ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਉਪਦੇਸ਼ ਦਿਓ, ਸਿੱਖੀ ਦਾਨ ਬਖਸ਼ੋ। ਮੇਰੇ ਗੁਰੂ ਸਾਹਿਬ ਨੇ ਇਹਨਾਂ ਲੋਕਾਂ ਨੂੰ ਪਰ ਸਿੱਖੀ ਦਾਨ ਬਖਸ਼ ਕਰਕੇ ਪਰਮੇਸ਼ਰ ਦੇ ਸਿਮਰਨ ਵਿੱਚ ਜੋੜਿਆ। ਹੁਣ ਜਿਸ ਤਰ੍ਹਾਂ ਮੇਰੇ ਸਤਿਗੁਰੂ ਜੀ ਅਗਲਾ ਪ੍ਰਸੰਗ ਕਵੀ ਜੀ ਲਿਖਦੇ ਹਨ ਕਿ ਜਿੱਥੇ ਜਾ ਕੇ ਮੇਰੇ ਸਤਿਗੁਰੂ ਜੀਵਾਂ ਦਾ ਉਧਾਰ ਕਰਦੇ ਨੇ, ਪਿਆਰ ਪੂਰਵਕ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਜਗਤ ਜੋਤ ਜਗ ਮਗ ਜੁਤ। ਤੋ ਇਸ ਤਰੀਕੇ ਦੇ ਨਾਲ ਸੋ ਕਵੀ ਜੀ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਾਚਰਨ ਕਰਦੇ ਹਨ। ਔਰ ਇੱਥੇ ਹੁਣ ਇਹ ਜੋ ਸਰਸਤੀ ਸ਼ਾਰਦਾ ਕਵੀ ਲੋਕ ਜੋ ਕਵਿਤਾ ਸਫੁਰਨ ਕਰਨ ਵਾਲੀ ਰੱਬੀ ਸ਼ਕਤੀ ਜਿਹੜੀ ਹੈ ਰਸਨਾ 'ਤੇ ਬਸਣ ਵਾਲੀ, ਇਉਂ ਜਾਣ ਕਰਕੇ ਬਾਣੀ ਦਾ ਮੰਗਲਾਚਰਨ ਕਰਦੇ ਹਨ। ਕਹਿੰਦੇ ਨੇ ਭਾਈ ਸੋ ਜਗਤ ਜੋਤ ਜਗਮਗਤ ਜੋਤ, ਤੇ ਹੈ ਐਸੀ ਪਰਮੇਸ਼ਵਰ ਦੀ ਸ਼ਕਤੀ ਜੋ ਇਸ ਪ੍ਰਕਾਰ ਜਗਦੀ ਹੈ ਔਰ ਜਿਹਦੀ ਜਗਮਗਤ ਲਿਖਸ਼ ਪੈ ਰਹੀ ਹੈ, ਇਹਦੇ ਸਮੇਤ ਹੈ ਬੜੀ ਚਮਕਦੇ ਸਹਿਤ ਜੋ ਜਗਦੀ ਜੋਤ ਰੂਪ ਹੈ। ਨਿਤ ਅਬ ਮਤ ਚਿਤ ਦੇਤ, ਤੇ ਜੋ ਵੀ ਮਨ ਵਿੱਚ ਅਬ ਮਤ ਕੋਈ ਇੱਛਾ ਕਰੇ ਉਸ ਨੂੰ ਤੂੰ ਦੇਣ ਵਾਲੀ ਹੈ। ਸੂਲ ਹਰੀ ਮੰਗਲ ਕਰੀ, ਸੂਲ ਸਾਰੇ ਦੁੱਖਾਂ ਨੂੰ ਦੂਰ ਕਰ ਕਰਕੇ
ਇਸ ਪ੍ਰਕਾਰ ਤੇ ਮੰਗਲ ਖੁਸ਼ੀਆਂ ਦੇ ਦੇਣ ਵਾਲੀ ਹੈ। ਜੈ ਜੈ ਕਿਰਪਾ ਨਿਕੇਤ, ਇਹ ਕਿਰਪਾ ਦੇ ਘਰ ਰੱਬੀ ਬਾਣੀ ਤੇਰੀ ਜੈਕਾਰ ਹੋਵੇ, ਤੈਨੂੰ ਨਮਸਕਾਰ ਹੈ। ਸ੍ਰੀ ਬਾਲਾ ਸੰਦਰ ਵਾਚ। ਬਾਲਾ ਜੀ ਸੰਧੂ ਗੋਤ ਵਾਲੇ ਅਵਾਚ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਕਥਨ ਕਰਦੇ ਹਨ। ਚਉਪਈ ਸ੍ਰੀ ਫੇਰੂ ਸੁਤ ਸੁਨੀਏ ਕਥਾ। ਧੰਨ ਗੁਰੂ ਅੰਗਦ ਦੇਵ ਸਾਹਿਬ ਨੂੰ ਕਥਾ ਸੁਣਾਉਂਦੇ ਨੇ। ਇਸ ਪ੍ਰਕਾਰ ਖਡੂਰ ਸਾਹਿਬ ਵਿੱਚ ਬੈਠ ਕਰਕੇ ਗੁਰੂ ਨਾਨਕ ਸਾਹਿਬ ਦੀ ਭਾਈ ਬਾਲਾ ਜੀ ਤੋਂ ਕਹਿੰਦੇ ਨੇ, ਇਹ ਸਤਿਗੁਰਾਂ ਦੇ ਪਿਤਾ ਦਾ ਨਾਮ ਫੇਰੂ ਜੀ ਸੀ। ਇਹ ਫੇਰੂ ਜੀ ਦੇ ਸੁਪੁੱਤਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਥਾ ਸੁਣੋ ਗੁਰੂ ਨਾਨਕ ਸਾਹਿਬ ਦੀ। ਵੇਖੀ ਜਥਾ ਮੈਂ ਕਥ ਹੂੰ ਤਥਾ। ਜਿਹੋ ਜਿਹੀ ਮੈਂ ਗੁਰੂ ਸਾਹਿਬ ਨਾਲ ਰਹਿ ਕੇ ਅੱਖਾਂ ਨਾਲ ਵੇਖੀ ਹੈ ਉਹ ਤੁਹਾਨੂੰ ਦੱਸਦਾ ਹਾਂ। ਆਗੇ ਗਮਨ ਕੀਨ ਗੁਣ ਖਾਨੀ। ਗੁਣਾਂ ਦੇ ਖਜ਼ਾਨੇ ਗੁਰੂ ਸਾਹਿਬ ਇੱਥੋਂ ਫਿਰ ਗੰਗਾ ਤੋਂ ਸੋ ਜੀਵਾਂ ਨੂੰ ਸ਼ੁਭ ਉਪਦੇਸ਼ ਦੇ ਕੇ ਅੱਗੇ ਚੱਲੇ ਹਨ। ਨਰਨ ਉਦਾਹਰਨ ਜਿਨ ਮਨ ਬਾਨੀ। ਜਿਹੜੇ ਮਨ ਕਰਕੇ ਬਾਣੀ ਕਰਕੇ ਗੁਰੂ ਪਾਤਸ਼ਾਹ ਜੀ ਜੀਵਾਂ ਦਾ ਉਧਾਰ ਹੀ ਕਰਦੇ ਹਨ। ਭੁਜੰਗ ਛੰਦ ਚੱਲੇ ਜਾਤ ਮੋ ਸੰਗ ਬੋਲੇ ਕਿਰਪਾਲਾ। ਉਹ ਕਹਿੰਦੇ ਨੇ ਭਾਈ ਬਾਲਾ ਜੀ ਸਾਡੇ ਨਾਲ ਤੁਰੇ ਜਾਂਦੇ ਗੁਰੂ ਸਾਹਿਬ ਜੀ ਬਚਨ ਕੀਤਾ ਕਹਿੰਦੇ ਹਨ। ਅਬੇ ਦੇਖੀਏ ਕਾਨ ਕੀ ਬ੍ਰਿਜਸ਼ਾਲਾ। ਕਹਿੰਦੇ ਚਲੋ ਭਗਵਾਨ ਕ੍ਰਿਸ਼ਨ ਜੀ ਨੇ ਜੋ ਬ੍ਰਿਜ ਭੂਮੀ ਤੇ ਕੌਤਕ ਕੀਤੇ ਨੇ ਉਹ ਧਰਤੀ ਤੇ ਚੱਲਦੇ ਹਾਂ। ਜਹਾਂ ਅਵਤਾਰੰਗ ਧਰਿਓ ਕੰਸ ਨਾਸੂ। ਤੋ ਕੰਸ ਦਾ ਨਾਸ਼ ਕਰਨ ਵਾਲੇ ਭਗਵਾਨ ਕ੍ਰਿਸ਼ਨ ਜੀ ਨੇ ਜਿੱਥੇ ਅਵਤਾਰ ਧਾਰਨ ਕੀਤਾ ਉਸ ਧਰਤੀ ਤੇ ਚਲੀਏ। ਕੀਓ ਹੈ ਕਲੋਲੰ ਜਸੋਦਾ ਅਵਾਸੂ। ਤੋ ਇਸ ਪ੍ਰਕਾਰ ਜਸੋਦਾ ਮਈਆ ਦੇ ਘਰ ਵਿੱਚ ਅਨੇਕ ਪ੍ਰਕਾਰ ਦੇ ਕੌਤਕ ਕੀਤੇ ਭਗਵਾਨ ਜੀ ਨੇ ਬਚਪਨ ਦੇ। ਸਵਈਆ ਰਬ ਕੀ ਤਨੀਆ ਜਹ ਸੁੰਦਰ ਰਾਜਤ। ਤੋ ਸੂਰਜ ਦੀ ਪੁੱਤਰੀ ਜਮਨਾ ਜਿੱਥੇ ਬੜੀ ਸੁੰਦਰ ਫੱਬਦੀ ਹੈ ਚੱਲਦੀ ਹੈ ਨਦੀ। ਖੇਲਤ ਸ਼ਿਆਮ ਮਹਾ ਸੁਖ ਪਾਇਓ। ਭਗਵਾਨ ਕ੍ਰਿਸ਼ਨ ਜੀ ਜਮਨਾ ਦੇ ਕੂਲ ਖੇਲ ਖੇਲੇ ਜਿਹਨੇ ਗਿੰਦ ਜੀਓ। ਸੋ ਅਨੇਕ ਪ੍ਰਕਾਰ ਦੇ ਕੌਤਕ ਕੀਤੇ ਜਮਨਾ ਦੇ ਕਿਨਾਰੇ ਭਗਵਾਨ ਕ੍ਰਿਸ਼ਨ ਨੇ। ਗਿਰ ਪੈ ਚੜ੍ਹਤੇ ਨ ਚਰਾਵਨ ਕੀਨ। ਇਸ ਪ੍ਰਕਾਰ ਸੋ ਪਹਾੜ ਤੇ ਚੜ੍ਹੇ ਸੀ ਤੇ ਗਊਆਂ ਨੂੰ ਚਾਰਿਆ ਸੀ। ਧਰਾ ਬਹੁ ਭਾਰ ਕੋ ਜਾਹੇ ਮਿਟਾਇਓ। ਜਿਨ੍ਹਾਂ ਨੇ ਭਗਵਾਨ ਕ੍ਰਿਸ਼ਨ ਜੀ ਨੇ ਧਰਤੀ ਤੋਂ ਬਹੁਤ ਭਾਰੀ ਦੈਂਤਾਂ ਦਾ ਭਾਰ ਦੂਰ ਕੀਤਾ ਹੈ। ਕੁਲ ਦੈਂਤਨ ਕੇ ਸਭ ਨਾਸ਼ ਕਰੇ। ਦੈਂਤਾਂ ਕੁਲ ਦਾ ਬਹੁਤ ਵਿਨਾਸ਼ ਕੀਤਾ ਸੀ। ਭਗਵਾਨ ਕ੍ਰਿਸ਼ਨ ਨੇ ਜੰਗ ਕਰ ਕਰਕੇ ਬਹੁਤ ਦੈਂਤ ਨਾਸ਼ ਕੀਤੇ ਹਨ। ਮਿਲ ਗਵਾਰਨ ਸੰਗ ਮੈਂ ਖੇਲ ਮਚਾਇਓ। ਤੇ ਫਿਰ ਗਵਾਰਨ ਗਊਆਂ ਚਾਰਨ ਵਾਲੇ ਗੁਜਰਾਂ ਦੇ ਬੱਚੇ ਗਵਾਲਿਆਂ ਦੇ ਨਾਲ ਸੋ ਖੇਲਾਂ ਬਹੁਤ ਕੀਤੀਆਂ ਉਹਨਾਂ ਨੇ। ਹਮ ਸੋ ਇਹ ਬੈਨ ਕਹੇ ਜਬ ਲੋ। ਤੋ ਜਦੋਂ ਕਹਿੰਦੇ ਸਾਨੂੰ ਗੁਰੂ ਸਾਹਿਬ ਨੇ ਉਹ ਬਚਨ ਕੀਤੇ ਭਾਈ ਬਾਲਾ ਜੀ ਕਹਿੰਦੇ ਹਨ। ਤਬ ਲੋ ਬ੍ਰਿਜ ਭੂਮ ਸਮੀਪ ਦਿਸਾਇਓ। ਤਦੋਂ ਬ੍ਰਿਜ ਭੂਮੀ ਨੇੜੇ ਦਿਸ ਪਈ ਉੱਥੇ ਪਹੁੰਚ ਗਏ ਹਨ। ਗਿਰ ਏਕ ਬਲੋਕ ਕੈ ਬੈਠ ਗਏ ਤਬ। ਤੋ ਮੇਰੇ ਸਤਿਗੁਰੂ ਜੀ ਇੱਕ ਪਹਾੜ ਹੈ ਇਸ ਪ੍ਰਕਾਰ ਜਮਨਾ ਦੇ ਕਿਨਾਰੇ ਤੇ ਬ੍ਰਿਜ ਭੂਮੀ ਤੇ ਉੱਥੇ ਜਾ ਕਰਕੇ ਗੁਰੂ ਸਾਹਿਬ ਕੋਲ ਬੈਠ ਗਏ ਹਨ। ਬੈਨ ਭਨੇ ਗੁਰ ਸੋ ਮਰਦਾਨਾ। ਤੇ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਹੈ। ਜਮਨਾ ਤਟ ਕੂਟ ਪਰਿਓ ਕਿਹ ਭਾਤ ਸੋ। ਤੇ ਮਹਾਰਾਜ ਵੀ ਜਮਨਾ ਦਾ ਕਿਨਾਰਾ ਨਦੀ ਦਾ ਇਹਦੇ ਕਿਨਾਰੇ ਦੇ ਉੱਤੇ ਇਹ ਇਕੱਲਾ ਹੀ ਪਹਾੜ ਕਿਸ ਤਰ੍ਹਾਂ ਦੇ ਨਾਲ ਇੱਥੇ ਟਿਕਿਆ ਹੋਇਆ ਹੈ। ਦੂਸਰ ਨਾਹਿ ਸਮੀਪ ਦਿਸਾਨਾ। ਕਿਉਂਕਿ ਚਲੋ ਜੇ ਪਹਾੜ ਜਿੱਦਾਂ ਪਹਾੜਾਂ 'ਚ ਜਾਈਏ ਇੱਕ ਪਹਾੜ ਲਾਗੇ ਦੂਸਰੇ ਵੀ ਹੁੰਦੇ ਨੇ। ਇੱਥੇ ਸਿਰਫ ਇਕੱਲਾ ਹੀ ਪਹਾੜ ਹੈ, ਹੋਰ ਕੋਈ ਹੈ ਨਹੀਂ। ਪੁਰ ਮੇਰੇ ਸੰਦੇਹ ਭਇਓ ਆਤਸ਼ੈ। ਮੇਰੇ ਮਨ ਵਿੱਚ ਬਹੁਤਾ ਸ਼ੱਕ ਹੋਇਆ ਵੀ ਇਕੱਲਾ ਹੀ ਪਹਾੜ ਇੱਥੇ ਕਿਸ ਤਰ੍ਹਾਂ ਟਿਕਿਆ ਹੋਇਆ ਹੈ। ਸੁਨ ਸ੍ਰੀ ਗੁਰੂ ਨਾਨਕ ਬੈਨ ਬਖਾਨਾ। ਧੰਨ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਹੈ। ਜਬ ਰਾਮ ਵਧਾਇਓ ਹੈ ਸਾਗਰ ਸੇਤ। ਇਸ ਪ੍ਰਕਾਰ ਜਦੋਂ ਭਗਵਾਨ ਰਾਮ ਜੀ ਨੇ ਸੋ ਰਾਮੇਸ਼ਵਰ ਤੇ ਇਸ ਪ੍ਰਕਾਰ ਸਮੁੰਦਰ ਦੇ ਉੱਤੇ ਮਾਤਾ ਸੀਤਾ ਜੀ ਨੂੰ ਲਿਆਉਣ ਲਈ ਸਮੁੰਦਰ ਤੇ ਜਦੋਂ ਪੁਲ ਬੰਨਿਆ ਸੀ। ਪਰਾ ਤਬ ਕੋ ਗਿਰ ਹੈ ਇਹ ਥਾਨਾ। ਤੇ ਇਸ ਟਾਈਮ ਤੋਂ ਲੈ ਕਰਕੇ ਸੋ ਤ੍ਰੇਤੇ ਯੁੱਗ ਤੋਂ ਇੱਥੇ ਇਹ ਪਹਾੜ ਟਿਕਿਆ ਹੋਇਆ ਹੈ। ਸਭ ਹੀ ਬਿਰਤਾਂਤ ਕਹੋ ਕਿਹ ਕੋ। ਇਸ ਪ੍ਰਕਾਰ ਸਾਰਾ ਕਹਿੰਦੇ ਪ੍ਰਸੰਗ ਇਸ ਦਾ ਦੱਸੋ। ਪ੍ਰਭ ਬੈਨ ਭਨੇ ਸੁਨੀਏ ਮਰਦਾਨਾ। ਕਹਿੰਦੇ ਨੇ ਭਾਈ ਮਰਦਾਨਾ ਜੀ ਸਰਵਣ ਕਰੋ। ਜਬ ਸਾਗਰ ਸੇਤ ਸੰਪੂਰਨ ਭਾ। ਜਦੋਂ ਸਮੁੰਦਰ ਉੱਤੇ ਪੁਲ ਵੱਜ ਗਿਆ ਸੀ ਪੂਰਾ ਹੋ ਗਿਆ ਤਾਂ ਰਘਬੀਰ ਤਬੇ ਇਹ ਭਾਂਤ ਬਖਾਨਾ। ਭਗਵਾਨ ਰਾਮ ਜੀ ਨੇ ਹੁਕਮ ਕਰ ਦਿੱਤਾ ਸਭ ਸੇਵਕਾਂ ਨੂੰ। ਗਿਰ ਗੇਰ ਨਾ ਅਨਹੁ ਔਰ ਅਬੈ। ਭਾਈ ਜਿਹੜੇ ਤੁਸੀਂ ਪਹਾੜ ਪੱਥਰ ਚੱਕੀ ਆਉਂਦੇ ਹੋ ਹੁਣ ਉੱਥੇ ਸੁੱਟ ਦਿਓ।
ਹੁਣ ਲੋੜ ਨਹੀਂ, ਪੁਲ ਪੂਰਾ ਹੋ ਗਿਆ ਹੈ। ਤੇ ਕਾਲ ਵਿਖੇ ਇਹ ਠਾਂ ਹਨੂਮਾਨਾ, ਉਸ ਵੇਲੇ ਹਨੂਮਾਨ ਇਸ ਪਹਾੜ ਨੂੰ ਲੈ ਕਰਕੇ ਇੱਥੇ ਸੀ। ਛਿਤ ਪੈ ਧਰ ਬੈਸ ਰਹਾ ਗਿਰ ਕੋ, ਤੋ ਹੁਕਮ ਭਗਵਾਨ ਰਾਮ ਦਾ ਹੋ ਗਿਆ, ਇਸ ਵਾਸਤੇ ਪਹਾੜ ਨੂੰ ਇੱਥੇ ਰੱਖ ਕੇ ਬਹਿ ਗਿਆ ਹੋ। ਰਘਬੀਰ ਕੇ ਤੀਰ ਨਾ ਕੀਨ ਪਿਆਨਾ, ਭਗਵਾਨ ਰਾਮ ਜੀ ਦੇ ਕੋਲ ਫਿਰ ਗਿਆ ਨਹੀਂ, ਪਹਾੜ ਦੇ ਕੋਲ ਹੀ ਬੈਠ ਗਿਆ ਇੱਥੇ। ਆਇਸ ਪਾਏ ਤਜੇ ਗਿਰ ਬਾਂਦਰ, ਤੇ ਇਸ ਪ੍ਰਕਾਰ ਸੋ ਆਗਿਆ ਪਾ ਕਰਕੇ ਭਗਵਾਨ ਰਾਮ ਦੀ ਜਿਹੜੇ ਇਸ ਪ੍ਰਕਾਰ ਇਹ ਬਾਨਰ ਕੌਮ ਜੋ ਸੇਵਾ 'ਚ ਲੱਗੀ ਸੀ ਭਗਵਾਨ ਰਾਮ ਜੀ ਦੇ ਹੁਕਮ ਨਾਲ, ਜਿਤਨੇ ਵੀ ਬਾਂਦਰ ਲੋਕ ਸਨ, ਰਾਮ ਕੇ ਤੀਰ ਗਏ ਸਭ ਧਾਈ, ਤਾਂ ਸਾਰੇ ਹੀ ਭਗਵਾਨ ਰਾਮ ਜੀ ਦੇ ਕੋਲ ਚੱਲ ਗਏ ਹੁਕਮ ਸੁਣ ਕਰਕੇ। ਸ੍ਰੀ ਰਘਬੀਰ ਬਲੋਕ ਕਹੈ, ਇਸ ਪ੍ਰਕਾਰ ਭਗਵਾਨ ਰਾਮ ਜੀ ਸਾਰਿਆਂ ਨੂੰ ਵੇਖ ਕੇ ਕਹਿੰਦੇ ਹਨ, ਹਨੂਮਾਨ ਬਲੀ ਨਹਿ ਦੇਤ ਦਿਖਾਈ, ਕਹਿੰਦੇ ਸਾਡਾ ਬਲੀ ਹਨੂਮਾਨ ਨਹੀਂ ਦਿਸਦਾ ਭਾਈ, ਉਹ ਕਿੱਥੇ ਹੈ। ਜੋ ਸੁਨ ਕਹਿ ਤਿਹ ਸੰਗ ਹੋ ਤੋਜੋ, ਤੋ ਇਸ ਵਾਸਤੇ ਜੋ ਉਹਨਾਂ ਦੇ ਨਾਲ ਸੀ ਉਹ ਕਹਿਣ ਲੱਗਾ, ਸਭੇ ਕਹਿ ਕੇ ਤਬ ਗਾਥ ਸੁਨਾਈ, ਸਾਰੀ ਗੱਲ ਕਹਿ ਕਰਕੇ ਸੁਣਾ ਦਿੱਤੀ ਭਗਵਾਨ ਜੀ ਨੂੰ। ਰਾਮ ਕਹੇ ਤਹ ਜਾਹੋ ਅਬੇ ਇੱਕ, ਤੋ ਭਗਵਾਨ ਰਾਮ ਜੀ ਨੇ ਕਿਹਾ ਵੀ ਇੱਕ ਜਾਣਾ ਜਾਓ ਜਾ ਕੇ। ਬਾਂਦਰ ਆਨੋ ਬੇਗ ਬੁਲਾਈ, ਤੋ ਇੱਕ ਬਾਂਦਰ ਜਾਓ ਤੇ ਜਾ ਕੇ ਹਨੂਮਾਨ ਜੀ ਨੂੰ ਬੁਲਾ ਕੇ ਲਿਆਓ। ਤਾਏ ਗਇਓ ਹਨੂਮਾਨ ਸਮੀਪ, ਭੱਜ ਕਰਕੇ ਹਨੂਮਾਨ ਜੀ ਦੇ ਕੋਲ ਇੱਕ ਚਲਾ ਗਿਆ ਹੈ। ਚਲੋ ਰਘਬੀਰ ਨੇ ਬੇਗ ਬੁਲਾਵਾ, ਜਾ ਕੇ ਹੁਕਮ ਸੁਣਾਇਆ, ਭਗਵਾਨ ਰਾਮ ਜੀ ਨੇ ਤੈਨੂੰ ਬੁਲਾਇਆ, ਛੇਤੀ ਚਲੋ। ਮੇਰੋ ਨਾ ਜਾਨ ਬਨੇ ਇਹ ਭਾਤ, ਹਨੂਮਾਨ ਕਹਿੰਦਾ ਵੀ ਇਸ ਤਰ੍ਹਾਂ ਦੇ ਨਾਲ ਹੋ ਮੇਰਾ ਜਾਣਾ ਨਹੀਂ ਬਣਦਾ ਇਥੋਂ। ਬਰਤੰਤ ਸਭੇ ਕਹਿ ਕੇ ਸਮਝਾਵਾ, ਸਾਰਾ ਪ੍ਰਸੰਗ ਕਹਿ ਕਰਕੇ ਦੱਸ ਦਿੱਤਾ ਹਨੂਮਾਨ ਨੇ ਉਸ ਨੂੰ। ਸੋ ਸੁਨ ਕੇ ਪੁਨ ਰਾਮ ਸਮੀਪ ਗਇਓ, ਉਹ ਸੁਣ ਕਰਕੇ ਭਗਵਾਨ ਰਾਮ ਜੀ ਦੇ ਕੋਲ ਚਲਾ ਗਿਆ ਜੋ ਆਇਆ ਸੀ ਦੂਤ ਬਣ ਕੇ। ਸਭ ਹੀ ਸੋ ਪ੍ਰਸੰਗ ਸੁਨਾਵਾ, ਸਾਰਿਆਂ ਦੇ ਵਿੱਚ ਜਾ ਕਰਕੇ ਪ੍ਰਸੰਗ ਸੁਣਾ ਦਿੱਤਾ ਜਿਵੇਂ ਹਨੂਮਾਨ ਨੇ ਕਿਹਾ। ਆਵਤ ਹੈ ਨਾ ਪ੍ਰਭੰ ਪੁਨ ਰਾਮ ਸਮੀਪ, ਆਵਤ ਹੈ ਨਾ ਪ੍ਰਭੰ ਜਨ ਨੰਦਨ, ਪ੍ਰਭੰਜਨ ਨੰਦਨ ਇਹਦਾ ਨਾਮ ਹੈ, ਪਵਨ ਪੁੱਤਰ ਕਰਕੇ ਕਿ ਪ੍ਰਭੰਜਨ ਨਾਮ ਪਾਉਣ ਦਾ ਹੈ। ਕਹਿੰਦੇ ਨੇ ਜਾ ਕੇ ਭਗਵਾਨ ਰਾਮ ਜੀ ਨੂੰ ਵੀ ਪ੍ਰਭੰਜਨ ਨੰਦਨ ਹਨੂਮਾਨ ਆਉਂਦਾ ਨਹੀਂ ਹੈ ਜੀ। ਮੋ ਸੰਗ ਐਸੇ ਹੀ ਬੈਨ ਅਲਾਵਾ, ਤੇ ਮੇਰੇ ਨਾਲ ਉਹਨਾਂ ਨੇ ਇਉਂ ਹੀ ਬਚਨ ਕੀਤਾ ਹੈ। ਜਾਹੇ ਪਹਾੜ ਉਪਾਰਨ ਮੈਂ ਜਬ, ਤੋ ਕਹਿੰਦੇ ਜਿਸ ਵੇਲੇ ਮੈਂ ਪਹਾੜ ਪੱਟ ਕਰਕੇ ਲਿਆਉਣ ਵਾਸਤੇ ਗਿਆ ਸੀ, ਲਾਗਿਓ ਤਬੇ ਇਵ ਬਾਨੀ ਅਲਾਈ, ਤਾਂ ਕਹਿੰਦੇ ਜਿਸ ਵੇਲੇ ਇਸ ਪਹਾੜ ਨੂੰ ਮੈਂ ਚੁੱਕਣ ਲੱਗਾ ਸੀ ਤੇ ਪਹਾੜ ਨੇ ਮੇਰੇ ਨਾਲ ਗੱਲ ਕੀਤੀ ਸੀ। ਮੋਹੇ ਉਚਾਵੋ ਨਾਹਿ ਅਬੈ, ਤੇ ਉਸ ਨੇ ਕਿਹਾ ਸੀ ਕਿ ਮੈਨੂੰ ਹੁਣ ਤੂੰ ਚੁੱਕ ਕੇ ਲੈ ਕੇ ਨਾ ਜਾ। ਜੇ ਉਚਾਵੋ ਤੋ ਸੁਨੀਏ ਮਨ ਲਾਈ, ਤੇ ਜੇ ਮੈਨੂੰ ਇੱਥੋਂ ਪਟਣਾ ਹੀ ਆ ਤਾਂ ਕਹਿੰਦੇ ਮੇਰੀ ਮਨ ਲਾ ਕੇ ਗੱਲ ਸੁਣ ਲੈ। ਸ੍ਰੀ ਰਘਬੀਰ ਜਹਾਂ ਪਦ ਪੰਕਜ, ਜਿੱਥੇ ਭਗਵਾਨ ਰਾਮ ਜੀ ਦੇ ਚਰਨ ਕਮਲ ਹਨ, ਤਾਂ ਕੇ ਤਰੇ ਮੋਹੇ ਦੇਹੋ ਟਿਕਾਈ, ਤੇ ਤਾਂ ਮੈਨੂੰ ਉੱਥੇ ਟਿਕਾਈ ਜਿੱਥੇ ਮੇਰੇ ਉੱਪਰ ਭਗਵਾਨ ਰਾਮ ਜੀ ਦੇ ਚਰਨ ਪੈ ਜਾਣ। ਆਨ ਸਥਾਨ ਵਿਖੇ ਜੇ ਧਰੋ, ਤੇ ਹੋਰ ਜੇ ਕਿਸੇ ਥਾਂ ਮੈਨੂੰ ਰੱਖਣਾ ਹੈ ਤਾਂ ਤੇ ਥਾਨ ਤੇ ਨੀਕੇ ਰਹੂੰ ਇਹ ਥਾਈ, ਤੇ ਉਹਦੇ ਨਾਲੋਂ ਮੈਂ ਇੱਥੇ ਆਪਣੇ ਥਾਂ ਤੇ ਹੀ ਚੰਗਾ ਜਿਹਾ ਇੱਥੋਂ ਚੁੱਕਣਾ ਤੇ ਫਿਰ ਭਗਵਾਨ ਦੇ ਚਰਨਾਂ 'ਚ ਜਾਵਾਂ, ਨਹੀਂ ਤੇ ਫਿਰ ਇੱਥੇ ਹੀ ਰਹਾਂ। ਇਹ ਭਾਵ ਜਿਸ ਤਰੀਕੇ ਦੇ ਨਾਲ ਪੁਰਾਣਾਂ ਦੇ ਵਿੱਚ ਕਥਾ ਹੈ, ਤੋ ਕਵੀ ਜੀ ਨੇ ਜਿਵੇਂ ਹਿੰਦਾਲੀਆਂ ਨੇ ਜਨਮ ਸਾਖੀ 'ਚ ਲਿਖਿਆ ਸੀ ਉਵੇਂ ਪ੍ਰਸੰਗ ਦਾ ਇੱਥੇ ਉਲਥਾ ਕਰ ਦਿੱਤਾ ਹੈ। ਆਪਣੀ ਖੋਜ ਪੜਤਾਲ ਨਾਲ ਇਤਿਹਾਸ ਦਾ ਰੂਪ ਨਹੀਂ ਇਸ ਨੂੰ ਦਿੱਤਾ, ਪਰ ਜਿਸ ਤਰੀਕੇ ਨਾਲ ਲਿਖਿਆ ਸੀ ਇਸ ਵਾਸਤੇ ਉਸੇ ਤਰ੍ਹਾਂ ਹੀ ਉਹਨਾਂ ਨੇ ਸੋ ਇਹਦੇ ਵਿੱਚ ਵਰਣਨ ਕੀਤਾ ਹੈ। ਸੌਹ ਪਹਾੜ ਕੇ ਸੰਗ ਕਰੀ, ਤੋ ਕਹਿੰਦੇ ਮੈਂ ਇਸ ਭਗਵਾਨ ਜਿਹੜਾ ਪਹਾੜ ਹੈ ਇਹਦੇ ਨਾਲ ਮੈਂ ਇਸ ਪ੍ਰਕਾਰ ਵਾਅਦਾ ਕੀਤਾ, ਸਹੁੰ ਚੁੱਕੀ ਹੋਈ ਹੈ। ਰਘਬੀਰ ਖਰੇ ਜਹ ਸਾਰੰਗ ਪਾਨੀ, ਜਿੱਥੇ ਹੱਥ ਵਿੱਚ ਧਨੁਖ ਲੈ ਕੇ ਭਗਵਾਨ ਰਾਮ ਜੀ ਖੜੇ ਹਨ, ਤਾਂ ਪਦ ਪੰਕਜ ਸੁੰਦਰ ਨੀਚੇ, ਉਹਨਾਂ ਦੇ ਸੋਹਣੇ ਜਿਹੜੇ ਚਰਨ ਕਮਲ ਹਨ ਉਹਨਾਂ ਦੇ ਨੀਚੇ ਤੈਨੂੰ ਰੱਖਾਂਗਾ ਜਾ ਕੇ। ਮੈਂ ਦਿਉ ਟਿਕਾਏ ਭਲੇ ਮਨ ਬਾਨੀ, ਤੋ ਤੂੰ ਇਸ ਪ੍ਰਕਾਰ ਸੋਹਣੇ ਤਾਂ ਮੇਰਾ ਬਚਨ ਮੰਨ, ਤੈਨੂੰ ਭਗਵਾਨ ਚਰਨਾਂ ਦੀ ਛੋਹ ਮਿਲੇਗੀ, ਭਗਵਾਨ ਦੇ ਚਰਨਾਂ ਦੀ। ਇਉਂ ਮੈਂ ਵਾਅਦਾ ਕਰਕੇ ਚੱਲਿਆ ਸੀ। ਜਿਉਂ ਕਹਿ ਕਰ ਲੀਨ ਉਚਾਏ, ਜਿਉਂ ਕਹਿ ਕਰਕੇ ਮੈਂ ਪਹਾੜ ਨੂੰ ਚੁੱਕਿਆ ਸੀ। ਚੱਲਿਓ ਮਗ ਤੂਰਨ ਜੋ ਬਲਖਾਨੀ, ਤੋ ਇਸ ਪ੍ਰਕਾਰ ਸੋ ਭਾਰੀ ਕਹਿੰਦੇ ਇਸ ਨੂੰ ਮੈਂ ਰਸਤੇ ਵਿੱਚ ਲੈ ਕੇ ਤੇ ਚੱਲ ਪਿਆ ਸੀ। ਸੇਤ ਸੰਪੂਰਨ ਹੋਏ ਗਇਓ ਤਬ, ਤੇ ਹੁਣ ਕਹਿੰਦੇ ਨੇ ਜਦੋਂ ਇਹ
ਪੂਰਾ ਹੋ ਗਿਆ ਹੈ ਪੁਲ ਜਿਹੜਾ ਹੈ। ਆਪਨੇ ਆਇਸ ਜਉ ਫਰਮਾਨੀ, ਜਿਵੇਂ ਆਪ ਭਗਵਾਨ ਰਾਮ ਜੀ ਹੁਕਮ ਕਰਤਾ ਤੁਸਾਂ ਨੇ, ਜੋ ਜੇ ਥਾਨ ਬਿਖੇ ਗਿਰ ਲਿਆਵਤ, ਜਿਹੜਾ ਵੀ ਕੋਈ ਪਹਾੜ ਚੁੱਕ ਕੇ ਜਿਸ ਥਾਂ ਤੇ ਵੀ ਲਿਆ ਰਿਹਾ ਹੈ, ਸੋ ਤਿਹ ਥਾਨ ਮੈਂ ਦੇਹੋ ਟਿਕਾਈ, ਉਹ ਉਸੇ ਥਾਂ ਤੇ ਹੀ ਰੱਖ ਦਿਓ, ਹੁਣ ਇੱਥੇ ਲੋੜ ਨਹੀਂ ਹੈ। ਆਇਸ ਰਾਵਰ ਕੀ ਸੁਨ ਕੈ, ਇਉਂ ਤੁਹਾਡਾ ਹੁਕਮ ਸੁਣ ਕਰਕੇ ਹਨੂਮਾਨ ਜੀ ਨੇ ਅਸਮਝਸ ਜਾਨ ਹਿਰਦੇ ਕਿਰਪਾ ਕਿਪਰਾਈ। ਤੋ ਇਸ ਪ੍ਰਕਾਰ ਸੋ ਕਹਿੰਦੇ ਨੇ ਹਨੂਮਾਨ ਨੇ ਜਾਣਿਆ ਕਿ ਹੁਣ ਗੱਲ ਬਣ ਗਈ ਅਸਮੰਜਸ, ਅਣਬਣੀ ਗੱਲ ਬਣ ਗਈ ਹੈ ਭਈ ਹੁਣ ਇੱਧਰ ਪਹਾੜ ਨਾਲ ਵਾਅਦਾ ਕੀਤਾ ਹੈ ਤੇ ਉਧਰੋਂ ਭਗਵਾਨ ਦਾ ਹੁਕਮ ਹੋ ਗਿਆ। ਇਸ ਵਾਸਤੇ ਜੇ ਨਾ ਤਜੋ ਧਰਮ ਦਾਸਨ ਕੋ ਸੋਊ, ਤੇ ਜੇ ਇਸ ਪ੍ਰਕਾਰ ਕਹਿੰਦੇ ਜੇ ਭਗਵਾਨ ਰਾਮ ਦਾ ਹੁਕਮ ਹੋ ਗਿਆ ਵੀ ਜਿੱਥੇ ਜਿੱਥੇ ਤੁਸੀਂ ਲੈ ਕੇ ਆ ਰਹੇ ਹੋ ਉੱਥੇ ਹੀ ਰੱਖ ਦਿਓ। ਜੇ ਹੁਣ ਮੈਂ ਲੈ ਕੇ ਜਾਵਾਂ ਤੇ ਭਗਵਾਨ ਰਾਮ ਜੀ ਦਾ ਹੁਕਮ ਜਿਹੜਾ ਨਾ ਉਹਦੀ ਅਦੁੱਲੀ ਹੁੰਦੀ ਹੈ। ਇਹ ਗੱਲ ਨਹੀਂ ਬਣਦੀ ਭਗਵਾਨ ਦਾ ਹੁਕਮ ਨਾ ਮੰਨਾ। ਨਾਸ ਹੋਵੇ ਜਾਤ ਹੈ ਨਾਹੇ ਭਲਾਈ, ਇਹ ਦਾਸ ਸੇਵਕ ਦਾ ਫਰਜ਼ ਨਹੀਂ ਹੈ। ਇਸ ਵਾਸਤੇ ਕਹਿੰਦੇ ਮੈਂ ਇੱਥੇ ਰੱਖ ਕੇ ਬੈਠ ਗਿਆ ਹਾਂ ਹੁਕਮ ਮੰਨ ਕੇ। ਜੇ ਤਜ ਜਾਉ ਗਿਰਾ ਮਮ ਝੂਠ ਹੋਵੇ, ਤੇ ਜੇ ਮੈਂ ਛੱਡ ਕੇ ਇੱਥੇ ਪਹਾੜ ਨੂੰ ਜਾਣਾ ਭਗਵਾਨ ਕੋਲ ਤੇ ਮੈਂ ਜਿਹੜਾ ਵਾਅਦਾ ਕੀਤਾ ਹੈ ਮੈਂ ਝੂਠਾ ਹੁੰਦਾ ਹਾਂ। ਐਸ ਵਿਚਾਰ ਰਹਿਓ ਤੇ ਥਾਈ, ਇਸ ਵਾਸਤੇ ਮੈਂ ਇੱਥੇ ਹੀ ਬੈਠਾ ਹੋਇਆ ਹਾਂ। ਸ੍ਰੀ ਰਘਬੀਰ ਕਹਿਓ ਸੁਨ ਕੈ, ਤਾਂ ਸੁਣ ਕਰਕੇ ਭਗਵਾਨ ਰਾਮ ਜੀ ਨੇ ਫਿਰ ਬਚਨ ਕੀਤਾ, ਕਹਿੰਦੇ ਹਨ ਜੁਗ ਦੁਆਪਰ ਮੈਂ ਧਰਿਓ ਅਵਤਾਰੂ। ਤੋ ਕਹਿੰਦੇ ਨੇ ਤੂੰ ਫਿਕਰ ਨਾ ਕਰ, ਹੁਣ ਜਿਸ ਵੇਲੇ ਅਗਲਾ ਯੁੱਗ ਆਉਣਾ ਨਾ, ਸੋ ਇਸ ਪ੍ਰਕਾਰ ਦੁਆਪਰ ਦੇ ਵਿੱਚ ਜਦੋਂ ਭਗਵਾਨ ਕ੍ਰਿਸ਼ਨ ਦਾ ਰੂਪ ਅਵਤਾਰ ਧਾਰਾਂਗੇ ਅਸੀਂ, ਉਪਰ ਤਾਂ ਕੇ ਬਿਲਾਸ ਕਰੋ ਚਿਰ ਕਾਲ ਲੋ, ਤਾਂ ਬਹੁਤ ਲੰਬੇ ਸਮੇਂ ਤੱਕ ਮੈਂ ਉਸ ਪਹਾੜ ਦੇ ਉੱਤੇ ਕੌਤਕ ਕਰਾਂਗਾ, ਉਹਦੇ ਤੇ ਚਰਨ ਪਾਉਂਗਾ। ਮੈਂ ਪਗ ਸੰਗ ਬਿਹਾਰੂ, ਤੋ ਮੈਂ ਚਰਨਾਂ ਦੇ ਨਾਲ ਉਸ ਦੇ ਉੱਤੇ ਵਿਚਰਾਂਗਾ। ਸੋ ਸੁਨ ਕੇ ਹਨੂਮਾਨ ਕੇ ਤੀਰ ਗਇਓ ਸਭ ਹੀ ਬਿਦ ਕੀਨ ਉਚਾਰੂ। ਤੋ ਇਉਂ ਸਾਰੀ ਗੱਲ ਭਗਵਾਨ ਦੀ ਸੁਣ ਕਰਕੇ ਉਹ ਜਿਹੜਾ ਦੂਤ ਸੀ ਉਹ ਚਲਾ ਗਿਆ ਹਨੂਮਾਨ ਦੇ ਕੋਲ। ਤੋ ਹਨੂਮਾਨ ਪਿਆਨ ਕੀਓ ਜਹ ਠਾਂਡੇ ਹੁਤੇ ਰਗਬੰਸ ਕੁਮਾਰੂ। ਤਾਂ ਕਹਿੰਦੇ ਨੇ ਹਨੂਮਾਨ ਜੀ ਪਹਾੜ ਨੂੰ ਉੱਥੇ ਛੱਡ ਕੇ ਉਹਨੂੰ ਬਚਨ ਦੇ ਕੇ ਵੀ ਭਗਵਾਨ ਜੀ ਨੇ ਵਾਅਦਾ ਕੀਤਾ ਵੀ ਅਗਲੇ ਯੁੱਗ ਵਿੱਚ ਅਸੀਂ ਤੇਰੇ ਤੇ ਚਰਨ ਪਾਵਾਂਗੇ। ਤਾਂ ਕਹਿੰਦੇ ਹਨੂਮਾਨ ਭਗਵਾਨ ਜੀ ਦੇ ਕੋਲ ਗਿਆ ਸੀ। ਤਬ ਕੋ ਇਹ ਥਾਨ ਧਰਾਸੋ, ਤੋ ਉਦੋਂ ਤੋਂ ਲੈ ਕਰਕੇ ਇੱਥੇ ਪਹਾੜ ਟਿਕਿਆ ਹੋਇਆ ਹੈ। ਧਰਾ ਧਰ ਧਾਰ ਅਵਤਾਰ ਮੁਰਾਰ ਸੁਹਾਏ। ਤਾਂ ਫਿਰ ਕਹਿੰਦੇ ਨੇ ਇਸ ਪ੍ਰਕਾਰ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਫਿਰ ਅਵਤਾਰ ਧਾਰਨ ਕਰਕੇ ਇੱਥੇ ਚਰਨ ਪਾਏ ਸਨ। ਸਭ ਗੋਪਨ ਮੈਂ ਮਿਲ ਕੇ ਮਦਸੂਦਨ। ਇਸ ਪ੍ਰਕਾਰ ਮਦਸੂਦਨ ਕ੍ਰਿਸ਼ਨ ਜੀ ਨੇ ਸਾਰੇ ਗਵਾਲਿਆਂ ਤੇ ਗੋਪੀਆਂ ਨਾਲ ਮਿਲ ਕੇ ਰਖੇ ਕੌਤਕ ਕੀਤੇ ਸਨ। ਬਾਲਕ ਸੰਗ ਮੈਂ ਖੇਲ ਮਚਾਏ। ਬੱਚਿਆਂ ਦੇ ਨਾਲ ਗੁਜਰਾਂ ਦੇ ਗਵਾਲਿਆਂ ਦੇ ਬੱਚਿਆਂ ਨਾਲ ਮਿਲ ਕੇ ਇੱਥੇ ਖੇਲ ਕੌਤਕ ਕੀਤੇ। ਇਹ ਜਾਨ ਪੁਨੀਤ ਪਹਾੜ ਵੱਡੋ ਪਦ। ਇਹ ਜਾਣ ਲਓ ਕਿ ਬੜਾ ਪਵਿੱਤਰ ਪਹਾੜ ਹੈ। ਕੇਸਵ ਨੇ ਬਹੁ ਕਾਲ ਲਗਾਏ। ਭਗਵਾਨ ਕ੍ਰਿਸ਼ਨ ਜੀ ਨੇ ਇੱਥੇ ਬਹੁਤ ਚਰਨ ਪਾਏ ਹਨ। ਜਿਹ ਨਾਸ ਕਰੇ ਸਭ ਦੈਤਨ ਕਾ ਕੁਲ। ਤੋ ਜਿਨ੍ਹਾਂ ਨੇ ਦੈਂਤਾਂ ਦੀ ਕੁਲ ਦਾ ਨਾਸ ਕੀਤਾ ਦੁਆਪਰ ਯੁੱਗ ਦੇ ਵਿੱਚ, ਔਰ ਧਰਾ ਬਹੁ ਭਾਰ ਮਿਟਾਏ। ਤੇ ਧਰਤੀ ਦਾ ਬਹੁਤ ਸਾਰਾ ਪਾਪਾਂ ਦਾ ਭਾਰ ਨਿਵਰਤ ਕੀਤਾ ਹੈ। ਦੋਹਰਾ ਕਾਲੰਦਰੀ ਤਟ ਤੀਰਥ ਗੁਰੂ ਬੈਠੇ ਸਰਬ ਸੁਨਾਏ। ਧੰਨ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਲਿੰਦਰੀ ਇਹ ਨਾਮ ਹੈ ਜਮਨਾ ਦਾ। ਜਮਨਾ ਦੇ ਕਿਨਾਰੇ ਤੇ ਬੈਠ ਕਰਕੇ ਇਸ ਪ੍ਰਕਾਰ ਕਹਿੰਦੇ ਇਹ ਵਿਚਾਰ ਕੀਤੇ ਹਨ। ਮਰਦਾਨਾ ਹਰਖਤ ਭਇਓ ਗਿਰ ਪ੍ਰਸੰਗ ਕੋ ਪਾਏ। ਮਰਦਾਨਾ ਬੜਾ ਖੁਸ਼ ਹੋਇਆ ਇਹ ਇਥੋਂ ਦੀ ਕਥਾ ਸੁਣ ਕਰਕੇ। ਚਉਪਈ ਤਿਹ ਸਥਾਨ ਮੇਲਾ ਥੋ ਭਾਰੀ। ਉੱਥੇ ਬੜਾ ਭਾਰੀ ਮੇਲਾ ਲੱਗਿਆ ਸੀ। ਇਹ ਜਾਣ ਦਾ ਕਾਰਨ ਸੀ ਗੁਰੂ ਸਾਹਿਬ ਜੀ ਦਾ। ਪੁਰਬ ਲਖਿਓ ਆਏ ਨਰ ਨਾਰੀ। ਪੁਰਬ ਜਾਣ ਕਰਕੇ ਇਸਤਰੀਆਂ ਪੁਰਸ਼ ਬਹੁਤ ਇਕੱਠ ਸੀ ਉਸ ਜਗ੍ਹਾ ਤੇ। ਬ੍ਰਹਮਚਾਰੀ ਬੈਰਾਗੀ ਜਤੀ। ਤੋ ਬ੍ਰਹਮਚਾਰੀ ਲੋਕ ਇਸ ਪ੍ਰਕਾਰ ਬੈਰਾਗੀ ਤੇ ਜਤ ਸਤ ਰੱਖਣ ਵਾਲੇ ਜਤੀ ਲੋਕ ਕਹਾਉਣ ਵਾਲੇ ਇਹ ਸਾਧੂਆਂ ਦੇ ਫਿਰਕੇ ਆਏ ਸਨ ਸਾਰੇ। ਬਹੁਤ ਬੈਸਨੂ ਦਿਸਪਟ ਸਤੀ। ਇਸ ਪ੍ਰਕਾਰ ਬਹੁਤ ਸਾਰੇ ਵੈਸ਼ਨੂ ਲੋਕ ਆਏ ਸਨ। ਦਿਸਪਟ ਦਿਗੰਬਰ ਲੋਕ ਜੋ ਬਸਤਰ ਨਹੀਂ ਪਹਿਨਦੇ, ਦਸੋ ਦਿਸ਼ਾ ਦੇ ਅਸੀਂ ਦਿਗੰਬਰ ਹੀ ਹਾਂ। ਇਸ ਪ੍ਰਕਾਰ ਤੇ ਸਤੀ ਦਾਨੀ ਲੋਕ ਜਿਹੜੇ ਸਤਪ੍ਰਤਗੀ ਉਹ ਵੀ ਆਏ ਸਨ। ਤਪੀ ਔਰ ਸੰਨਿਆਸੀ ਆਏ। ਬੜੇ ਬੜੇ ਤਪਸਵੀ ਲੋਕ ਤੇ ਸੰਨਿਆਸੀ ਲੋਕ ਇਹ ਸਾਰੇ ਆਉਂਦੇ ਨੇ। ਇਹ ਤਾਂ ਕਿਹਾ ਹੈ ਜਦੋਂ ਹਿੰਦੂ ਧਰਮ ਦਾ ਕੋਈ ਪੁਰਬ ਦਾ ਸਮਾਂ ਹੁੰਦਾ ਹੈ, ਜਿਹੜੇ ਜੰਗਲਾਂ ਦੇ ਵਿੱਚ
ਪਹਾੜਾਂ ਦੀਆਂ ਗੁਫਾ ਵਿੱਚ ਤਪੀਏ ਤਪ ਕਰਦੇ ਨੇ, ਉਹ ਫਿਰ ਉਹਨਾਂ ਸਥਾਨਾਂ ਤੇ ਆਉਂਦੇ ਆ। ਇਉਂ ਕਹਿੰਦੇ ਤਪਸਵੀ ਲੋਕ ਸਾਰੇ ਉੱਥੇ ਆਏ ਸਨ। ਬ੍ਰਿਜ ਬਿਖੇ ਨਰ ਪੁੰਜ ਸੁਹਾਏ, ਤਾਂ ਇਸ ਬ੍ਰਿਜ ਭੂਮੀ ਤੇ ਬਹੁਤ ਦੁਨੀਆ ਇਕੱਠੀ ਹੋਈ ਸੀ। ਸ੍ਰੀ ਗੁਰੂ ਨਾਨਕ ਅੰਤਰਜਾਮੀ, ਧੰਨ ਅੰਤਰਜਾਮੀ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ। ਸਭ ਘਟ ਕੀ ਜਾਣਤ ਭੇ ਸੁਆਮੀ, ਸਾਰਿਆਂ ਦੇ ਦਿਲਾਂ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਅੰਤਰਗਤ ਇਹਨਾਂ ਲੋਕਾਂ ਦਾ ਭਾਵ ਸੀ, ਸਾਰਾ ਜਾਣ ਲਿਆ ਹਜੂਰ ਨੇ। ਅੰਧ ਧੁੰਦ ਵਰਤਾਇਆ ਜਗ ਮਾਹੀ, ਜਗਤ ਵਿੱਚ ਜੋ ਅੰਧ ਧੁੰਦ ਗੁਬਾਰ ਅਗਿਆਨ ਵਰਤਿਆ ਹੋਇਆ ਹੈ, ਸੁਧ ਆਤਮੈ ਨਰ ਕੋ ਨਾਹੀ। ਤੱਕਿਆ ਹਜੂਰ ਜੀ ਨੇ ਭਈ ਭੇਖ ਰੂਪ ਦੇ ਵਿੱਚ ਬਾਹਰੋਂ ਤਾਂ ਧਰਮ ਦੇ ਭੇਖ ਨੇ ਤੇ ਭੇਖਾਂ ਦੇ ਬੜੇ ਬੜੇ ਸੋ ਵੱਡੇ ਲੋਕ ਪੂਜਨਿਕ ਬਣੇ ਹੋਏ ਨੇ, ਪਰ ਅੰਤਰਜਾਮੀ ਨੇ ਜਾਣ ਲਿਆ ਕਿ ਇਹਨਾਂ ਲੋਕਾਂ ਦੇ ਹਿਰਦੇ ਸ਼ੁੱਧ ਨਹੀਂ ਹਨ। ਇਉਂ ਮੇਰੇ ਸਤਿਗੁਰੂ ਜਾਣ ਕੇ ਭਾਵ ਬੰਧਨ ਕੇ ਬਾਂਧੇ ਸਭ ਹੀ, ਤੋ ਤੱਕਿਆ ਹੈ ਕਿ ਇਹ ਸੰਸਾਰ ਦੇ ਬੰਧਨਾਂ ਵਿੱਚ ਹੀ ਬੰਧੇ ਹੋਏ ਨੇ। ਇਹਨਾਂ ਦੇ ਵਿੱਚ ਇਹਨਾਂ ਬੰਧਨਾਂ ਚੋਂ ਛੁਟਕਾਰੇ ਵਾਲੀ ਕੋਈ ਰੂਹ ਨਹੀਂ ਪਵਿੱਤਰ ਹੈ। ਛੂਟਨ ਹੋਏ ਨਾ ਤਨ ਕੋ ਕਬ ਹੀ, ਇਸ ਪ੍ਰਕਾਰ ਅਤੇ ਇਹਨਾਂ ਤਨ ਸਰੀਰ ਕਰਕੇ ਕਦੇ ਵੀ ਛੁਟਕਾਰਾ ਨਹੀਂ ਹੋਣਾ ਹੈ ਬੰਧਨਾਂ ਤੋਂ। ਕਾਮ ਕ੍ਰੋਧ ਲੋਭ ਅਹੰਕਾਰਾ, ਇਹ ਜਿਹੜੇ ਪੰਜੇ ਹੀ ਵਿਕਾਰ ਹਨ, ਇਨ ਮਹਿ ਵਰਤਿਆ ਮੋਹ ਗੁਬਾਰਾ। ਇਹਨਾਂ ਵਿਕਾਰਾਂ ਦੇ ਵਿੱਚ ਸਭ ਦਾ ਮੋਹ ਹੈ। ਬਾਹਰੋਂ ਭਾਵੇਂ ਬਾਹਰੋਂ ਪੰਡਤ ਸਦਾਏ ਦੇ ਵਿਦਵਾਨ ਕਹਾਉਂਦੇ ਨੇ, ਪਰ ਅੰਤਰ ਆਤਮੇ ਸੰਸਾਰੀ ਜੀਵਾ ਵਾਂਗ ਮਲੀਨ ਹੀ ਹਨ ਇਹਨਾਂ ਦੇ। ਬਾਸੁਰ ਮੈਂ ਧਰ ਦੰਭ ਅਨੇਕਾ, ਦਿਨ ਦੇ ਵਿੱਚ ਤਾਂ ਬੜੇ ਪਖੰਡ ਕਰ ਕਰਕੇ ਬੜੇ ਚੰਗੇ ਬਣ ਬਣ ਕੇ ਲੋਕਾਂ ਨੂੰ ਵਿਖਾਉਂਦੇ ਨੇ, ਬੜੀਆਂ ਇਸ ਪ੍ਰਕਾਰ ਵਿਚਾਰਾਂ ਦੱਸਦੇ ਹਨ ਚੰਗੀਆਂ। ਬਾਤ ਬਣਾਏ ਸੁਨਾਏ ਬਬੇਕਾ, ਬੜੀਆਂ ਗਿਆਨ ਦੀਆਂ ਗੱਲਾਂ ਚਤਰਾਈਆਂ ਨਾਲ ਬਣਾ ਸੁਣਾਉਂਦੇ ਹਨ। ਲੋਭ ਲਹਿਰ ਮਹਿ ਗੋਤੇ ਖਾਵਤ, ਪਰ ਜਦੋਂ ਇਹਨਾਂ ਦੀ ਆਤਮਾ ਨੂੰ ਰੂਹ ਨੂੰ ਦੇਖੀਏ ਤੇ ਲੋਭ ਦੀ ਲਹਿਰ ਵਿੱਚ ਗੋਤੇ ਖਾਂਦੇ ਨੇ, ਇੱਕ ਦੂਸਰੇ ਤੋਂ ਵੱਧ ਕੇ ਮੇਰਾ ਡੇਰਾ ਵੱਡਾ ਹੋਵੇ, ਬਹੁਤੀ ਦੁਨੀਆ ਮੇਰੇ ਮਗਰ ਚਾਹੀਦੀ ਹੈ, ਇਹੋ ਜਿਹੇ ਲਾਲਚ ਲੋਭ ਇਹਨਾਂ ਦੇ ਮਨ 'ਚ ਵਸਦੇ ਹਨ। ਬਹੁ ਪਖੰਡ ਕਰ ਨਰਨ ਦਿਖਾਵਤ, ਬੜੇ ਭਾਰੀ ਪਖੰਡ ਕਰ ਕਰਕੇ ਲੋਕਾਂ ਨੂੰ ਦਿਖਾਉਂਦੇ ਹਨ। ਇਹ ਲੋਕ ਗੁਰੂ ਸਾਹਿਬ ਨੇ ਜਾਣ ਲਿਆ ਅੰਤਰਜਾਮਤਾ ਨਾਲ। ਜਾਮਨ ਮਹਿ ਕੋ ਕਰਮ ਅਸ ਕਰਹੀ, ਤੇ ਫਿਰ ਰਾਤ ਦੇ ਸਮੇਂ ਕਹਿੰਦੇ ਮਹਾਰਾਜ ਤਾਂ ਹੁਣ ਸਾਰਾ ਕੁਝ ਜਾਣਦੇ ਨਾ, ਤੇ ਬਾਹਰੋਂ ਤਾਂ ਲੋਕਾਂ ਦੇ ਕੋਲੋਂ ਪੂਜਾ ਕਰਾਉਂਦੇ ਨੇ, ਤੇ ਕਹਿੰਦੇ ਫਿਰ ਰਾਤ ਦੇ ਹਨੇਰੇ ਦੇ ਵਿੱਚ ਭੈੜੇ ਕਰਮ ਕਰਨ ਵਾਲੇ ਲੋਕ ਹਨ। ਕ੍ਰਿਸ਼ਨ ਰਾਧਿਕਾ ਵੇਖਨ ਧਰਹੀ, ਤੇ ਭਗਵਾਨ ਕ੍ਰਿਸ਼ਨ ਜੀ ਦੀਆਂ ਰਾਸਾਂ ਪਾਉਂਦੇ ਨੇ, ਕ੍ਰਿਸ਼ਨ ਦਾ ਰੂਪ ਧਾਰ ਲੈਂਦੇ ਨੇ, ਰਾਧਿਕਾ ਦੇ ਰੂਪ ਬਣਾਉਂਦੇ ਹਨ। ਸਿਸ ਕੁਮਾਰ ਨਾਰੀ ਧਰ ਵੇਖ ਹੈ, ਤੋ ਇਸ ਪ੍ਰਕਾਰ ਬੱਚਿਆਂ ਨੂੰ ਲੈ ਕੇ ਬੰਦੇ ਨਾਲ ਹੋ ਕੇ ਬੀਬੀਆਂ ਨੂੰ ਨਾਲ ਲੈ ਕਰਕੇ ਰਾਸਾਂ ਪਾਉਂਦੇ ਹਨ। ਕਰਹਿ ਨ੍ਰਿਤਕਾਰੀ ਨਰ ਦੇਖ ਹੈ, ਦੁਨੀਆ ਦੇਖਦੀ ਹੈ ਇਹ। ਸੋ ਕਾਫੀ ਪੁਰਾਣੇ ਸਮੇਂ 'ਚ ਤੱਕਿਆ ਗੁਰੂ ਸਾਹਿਬ ਨੇ ਇਹਨਾਂ ਦਾ ਜ਼ਿਕਰ ਕੀਤਾ। ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨਾਲ ਜਦੋਂ ਇਸ ਪ੍ਰਕਾਰ ਅਸੀਂ ਵਿੱਦਿਆ ਪੜ੍ਹਦੇ ਸੀ, ਮਹਾਂਪੁਰਖ ਪ੍ਰਚਾਰ ਕਰਦੇ ਸੀ, ਉਹਨਾਂ ਸਮਿਆਂ ਦੇ ਵਿੱਚ ਤੱਕਿਆ ਰਾਜਸਥਾਨ ਦੇ ਵਿੱਚ ਲਾਲ ਕੁੜਤੀ ਇੱਕ ਚੱਲੀ ਸੀ ਭਗਵਾਨ ਕ੍ਰਿਸ਼ਨ ਦਾ ਰੂਪ ਬਣ ਕੇ, ਤੇ ਇਸ ਪ੍ਰਕਾਰ ਤੇ ਰਾਸਾਂ ਪਾਉਣੀਆਂ, ਇਹੋ ਜਿਹਾ ਹਿਸਾਬ ਕਿਤਾਬ ਬੜੀ ਦੁਨੀਆ ਜੀ ਮਗਰ ਲੱਗੀ ਹੋਈ ਸੀ। ਮੁੜ ਕੇ ਫਿਰ ਉਹਨਾਂ ਦਾ ਇਸ ਪ੍ਰਕਾਰ ਬੜਾ ਭਾਰੀ ਮੁੜ ਕੇ ਜਲੂਸ ਨਿਕਲਿਆ ਸੀ ਭੈੜੇ ਕੁਕਰਮਾਂ ਦਾ। ਤੋ ਕਹਿੰਦੇ ਨੇ ਇਸ ਪ੍ਰਕਾਰ ਗੁਰੂ ਸਾਹਿਬ ਨੇ ਜਾਣ ਲਿਆ ਕਿ ਇਹ ਲੋਕ ਜਿਹੜੇ ਨੇ ਇਸ ਪ੍ਰਕਾਰ ਰਾਤ ਨੂੰ ਰਾਸਾਂ ਪਾਉਣੀਆਂ, ਸੋ ਰਾਧਿਕਾਂ ਦੇ ਰੂਪ ਬਣ ਕਰਕੇ ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਦਾ ਰੂਪ ਬਣ ਜਾਣਾ, ਗੋਪੀਆਂ ਬਣਾ ਲੈਣੀਆਂ ਤੇ ਰਾਸਾਂ ਜੋ ਪਾਉਂਦੇ ਤੇ ਦੁਨੀਆ ਨੂੰ ਵਿਖਾਉਂਦੇ, ਬੜਾ ਧਨ ਲੈਂਦੇ ਲੋਕਾਂ ਤੋਂ। ਨਰ ਮਲੀਨ ਬੁੱਧੀ ਤਿਨ ਦੇਖ ਹੈ, ਇਸ ਪ੍ਰਕਾਰ ਭੈੜੀ ਬੁੱਧੀ ਵਾਲੇ ਲੋਕ ਇਹੋ ਜਿਹੇ ਕਹਿੰਦੇ ਰਾਸਾਂ ਜਾ ਜਾ ਕੇ ਵੇਖਿਆ ਕਰਦੇ। ਉਪਜਾਵਤ ਤਨ ਕਾਮ ਵਸੇਖ ਹੈ, ਤੋ ਸਰੀਰ ਵਿੱਚ ਮਾੜੀਆਂ ਵਾਸ਼ਨਾ ਨੂੰ ਪੈਦਾ ਕਰਦੇ ਇਹੋ ਜਿਹੀਆਂ ਨਿਰਤਕਾਰੀਆਂ ਕਰਕੇ। ਬਾਲਕ ਪੰਤਨ ਅੰਗਨ ਸੰਗਾ, ਫਿਰ ਇਸ ਤਰੀਕੇ ਦਾ ਬਾਲਕਾਂ ਦੇ ਨਾਲ ਜਾਂ ਬੀਬੀਆਂ ਦੇ ਨਾਲ ਭੋਗ ਕਰੇ ਨਰ ਹੋਏ ਨਿਸੰਗਾ, ਨਿਸੰਗ ਹੋ ਕਰਕੇ ਮਾੜੇ ਕਰਮ ਕਰਦੇ। ਗੁਰੂ ਨਾਨਕ ਸਾਹਿਬ ਨੇ ਤੱਕ ਲਿਆ ਭਈ ਦਿਨੇ ਤਾਂ ਪੂਜਾ ਕਰਾਉਂਦੇ ਤੇ ਰਾਤ ਨੂੰ ਭੈੜੇ ਕੁਕਰਮ ਕਰਦੇ। ਮਹਾਰਾਜ ਨੇ ਤੱਕਿਆ, ਤਰਸ ਆ ਗਿਆ ਗੁਰੂ ਸਾਹਿਬ ਨੂੰ ਕਿ ਇਹ ਜਿਹੜੇ ਸਾਧੂ ਭੇਖ ਬਣੇ ਹੋਏ ਨੇ, ਧਰਮ ਦੇ ਆਚਾਰੀਆ ਬਣੇ, ਇਹਨਾਂ ਦਾ ਕਿਸੇ ਤਰ੍ਹਾਂ ਭਲਾ ਕਰ ਦਈਏ। ਦੋਹਰਾ ਸ੍ਰੀ ਨਾਨਕ ਸਭ ਜਾਣ ਕੇ, ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਸਾਰਾ ਕੁਝ ਜਾਣ ਲਿਆ ਅੰਤਰਜਾਮਤਾ ਦੇ ਨਾਲ। ਤਬ ਰਬਾਬ ਬਜਾਵੇ, ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਭਾਈ ਮਰਦਾਨਾ ਰਬਾਬ ਬਜਵਾਏ।
ਮਰਦਾਨਾ ਜੀ ਨੂੰ ਕਿਹਾ ਵੀ ਤੁਸੀਂ ਰਬਾਬ ਵਜਾਓ ਹੁਣ। ਸ਼ਬਦ ਉਚਾਰਿਓ ਰਾਗ ਸੋ। ਤੋ ਇਸ ਪ੍ਰਕਾਰ ਬੜਾ ਸੁੰਦਰ ਰਾਗ ਦੇ ਵਿੱਚ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਉੱਥੇ ਸ਼ਬਦ ਗਾਇਆ। ਰਾਮ ਕਲੀ ਮਹਿ ਗਾਏ। ਤੋ ਰਾਮ ਕਲੀ ਰਾਗ ਦੇ ਅੰਦਰ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਅਸ਼ਟਪਦੀ ਦਾ ਸ਼ਬਦ ਗਾਇਆ ਹੈ। ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆ। ਰਾਮ ਕਲੀ ਰਾਗ ਵਿੱਚ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਅਸ਼ਟਪਦੀਆਂ 8 ਪਦਾਂ ਵਾਲਾ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸੁਰ ਬ੍ਰਹਮ ਅਕਾਲ ਪੁਰਖ ਇੱਕ ਹੈ, ਓੰਕਾਰ ਸ਼ਬਦ ਦਾ ਪ੍ਰਕਾਸ਼ਕ ਹੈ। ਸਤ ਚੇਤਨ ਆਨੰਦ ਉਸ ਦਾ ਸਰੂਪ ਲਕਸ਼ਣ ਹੈ। ਔਰ ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਤੋਂ ਇੱਕ ਓੰਕਾਰ ਦੀ ਪ੍ਰਾਪਤੀ ਹੁੰਦੀ ਹੈ। ਸੋਈ ਚੰਦ ਚੜ੍ਹੇ ਸੇ ਤਾਰੇ। ਧੰਨ ਮੇਰੇ ਗਰੀਬ ਨਵਾਜ਼ ਸ਼ਹਿਨਸ਼ਾਹ ਪਿਤਾ ਅੰਤਰਜਾਮੀ ਜੀ ਬਖਸ਼ਿਸ਼ ਕਰਦੇ ਨੇ। ਹੁਣ ਇਹਨਾਂ ਲੋਕਾਂ ਦਾ ਬ੍ਰਿਜ ਭੂਮੀ ਦੇ ਉੱਤੇ ਰਾਸਾਂ ਆਦਿਕ ਪਾਉਣ ਦੀਆਂ ਨਿਰਤਕਾਰੀਆਂ ਨਾਚ ਗਾਣੇ ਦੇਖ ਕੇ ਕਲਯੁਗ ਵਰਤਦਾ ਤੱਕਿਆ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਕਲਯੁਗ ਦਾ ਲੱਛਣ ਜਿਹੜੇ ਨੇ ਉੱਥੇ ਬਿਆਨ ਕੀਤੇ ਹਨ। ਹਜ਼ੂਰ ਕਹਿੰਦੇ ਨੇ ਦੇਖੋ, ਸੋ ਉਹੋ ਹੀ ਚੰਦ, ਸੋ ਉਹੋ ਹੀ ਤਾਰੇ ਆਕਾਸ਼ ਵਿੱਚ ਚੜ੍ਹਦੇ ਹਨ। ਸੋਈ ਦਿਨ ਅਰ ਤਪਤ ਰਹੈ। ਉਹੋ ਹੀ ਸੂਰਜ ਜਿਹੜਾ ਉਹੋ ਹੀ ਸੋ ਚੜ੍ਹਦਾ ਆਕਾਸ਼ ਮੰਡਲ ਵਿੱਚ ਆਪਣੀ ਤਪਸ਼ ਧੁੱਪ ਪ੍ਰਕਾਸ਼ ਦਿੰਦਾ ਹੈ। ਸਾ ਧਰਤੀ ਸੋ ਪੌਣ ਚੁਲਾਰੇ। ਸਾ ਧਰਤੀ ਉਹੋ ਹੀ ਧਰਤੀ ਹੈ ਸਤਜੁਗ ਵਾਲੀ। ਸਾਹ ਪਾਉਣ ਝੁਲਾਰੇ, ਉਹੀ ਪੌਣ ਹਵਾ ਜਿਹੜੀ ਆ ਝੂਲਦੀ ਹੈ ਦੁਨੀਆ ਨੂੰ ਸਵਾਸ ਦਿੰਦੀ ਹਵਾ ਚੱਲਦੀ, ਉਹੋ ਹੀ ਸਤਜੁਗ ਵਾਲੀ। ਜੁਗ ਜੀ ਖੇਲੇ ਥਾਵ ਕੈਸੇ। ਤੇ ਭਾਈ ਕਲਯੁਗ ਕਿੱਥੇ ਖੇਲਦਾ ਹੈ? ਮਹਾਰਾਜ ਕਹਿੰਦੇ ਜੀ ਖੇਲੇ। ਸੋ ਆ ਜੀਆਂ ਵਿੱਚ ਹੀ ਕਲਯੁਗ ਖੇਲਦਾ ਹੈ। ਅੱਜ ਇਹੋ ਜਿਹੇ ਮਾੜੇ ਕਰਮ ਲੋਕ ਕਰ ਦਿੰਦੇ ਕਲਯੁਗ ਹੈ। ਜੇ ਇਹੋ ਹੀ ਜੀਵ ਸੋ ਚੰਗੇ ਕਰਮਾਂ ਵਿੱਚ ਲੱਗ ਜਾਣ ਤੇ ਸਤਜੁਗ ਬਣ ਜਾਂਦਾ, ਸਤਪ੍ਰਤਗੀ ਹੋ ਜਾਣ ਤਾਂ ਜੁਗ ਜੀ ਖੇਲੇ। ਇਹ ਕਲਯੁਗ ਆ ਜੀਆਂ ਵਿੱਚ ਹੀ ਖੇਲਦਾ ਹੈ। ਜੀਵਨ ਤਲਬ ਨਿਵਾਰ। ਇਸ ਵਾਸਤੇ ਹਜੂਰ ਕਹਿੰਦੇ ਨੇ ਜਿਹੜੇ ਲੋਕਾਂ ਨੂੰ ਸੁਣਾਇਆ, ਕਹਿੰਦੇ ਜਿਹੜੀ ਤੁਹਾਡੇ ਜੀਵਨ ਦੀ ਤਲਬ ਇਹੋ ਜਿਹੀ ਲੱਗੀ ਹੋਈ ਆ ਖੁਦ ਗਰਜੀ ਤੋਂ ਮਾੜੇ ਕਰਮਾਂ ਵਾਲੇ, ਸੋ ਜਿਹੜੇ ਅਮਲ ਨੇ ਤੁਹਾਡੇ, ਮਹਾਰਾਜ ਕਹਿੰਦੇ ਇਹ ਤਲਬ ਜਿਹੜੀ ਇਹ ਨਿਵਾਰ ਦਿਓ, ਨਿਵਰਤ ਕਰ ਦਿਓ। ਹੋਵੇ ਪਰਵਾਣਾ ਕਰਹਿਤ ਗਾਣਾ। ਹੁਣ ਦੇਖੋ ਕਹਿੰਦੇ ਇੱਥੇ ਹੁਣ ਸਮਾਂ ਇਹੋ ਜਿਹਾ ਵਰਤਦਾ ਹੈ, ਮੁਗਲਾਂ ਦਾ ਰਾਜ ਹੈ। ਕਹਿੰਦੇ ਨੇ ਹੋਵੇ ਪਰਮਾਣਾ ਕਰੇ ਧਿਆਣਾ, ਜਿਹੜਾ ਦੁਨੀਆ ਨਾਲ ਧੱਕਾ ਕਰੇ ਇਸ ਪ੍ਰਕਾਰ ਉਹੋ ਹੀ ਕਹਿੰਦੇ ਹਕੂਮਤ ਨੂੰ ਪ੍ਰਵਾਨ ਹੁੰਦਾ ਹੈ। ਕਲ ਲਖਣ ਵਿਚਾਰ। ਹਜੂਰ ਕਹਿੰਦੇ ਨੇ ਇਹ ਦੁਨੀਆ ਦੇ ਲੋਕੋ ਇਹ ਕਲਯੁਗ ਦੇ ਲੱਛਣ ਵਿਚਾਰ ਲਓ। ਜਿੱਥੇ ਆਹ ਲੱਛਣ ਨੇ ਉੱਥੇ ਕਲਯੁਗ ਹੈ। ਜਿੱਥੇ ਇਹਨਾਂ ਨੂੰ ਨਿਵਰਤ ਕਰਕੇ ਗੁਰੂ ਨਾਲ ਜੁੜ ਜੋ ਨਾਮ ਸਿਮਰੋ ਸਤਿਯੁਗ ਬਣ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਕਿਤੈ ਦੇਸ ਨਾ ਆਇਆ ਸੁਣੀਐ। ਹੁਣ ਦੁਨੀਆ ਕਹਿੰਦੀ ਹੈ ਜੀ ਕਲਯੁਗ ਆ ਗਿਆ। ਮਹਾਰਾਜ ਕਹਿੰਦੇ ਕਿਸੇ ਦੇਸ਼ ਕਿਸੇ ਇਲਾਕੇ ਵਿੱਚ ਤੇ ਆਇਆ ਨਹੀਂ, ਸਭ ਕਿੱਥੇ ਕਲਯੁਗ ਆਣ ਕੇ ਬੈਠਾ ਹੋਇਆ ਹੈ। ਐਸਾ ਤਾਂ ਕਿਤੇ ਉਹਦਾ ਰੂਪ ਨਹੀਂ ਹੈ। ਤੀਰਥ ਪਾਸ ਨਾ ਬੈਠਾ। ਤੇ ਨਾ ਹੀ ਕਿਸੇ ਤੀਰਥ ਤੇ ਗੰਗਾ ਤੇ ਜਾਂ ਕਿਸੇ ਹਰਿਦੁਆਰ ਜਾਂ ਹੋਰ ਕਿਸੇ ਤੀਰਥ ਤੇ ਜਾ ਕਰਕੇ ਬੈਠਾ ਵੀ ਕਲਯੁਗ ਉੱਥੇ ਬੈਠਾ ਹੋਇਆ ਹੈ, ਐਸਾ ਵੀ ਨਹੀਂ ਹੈ। ਦਾਤਾ ਦਾਨ ਕਰੇ ਤਹ ਨਾਹੀ। ਨਾ ਹੀ ਕਿਤੇ ਦਾਤਾ ਬਣ ਕਰਕੇ ਦਾਨ ਕਰੀ ਜਾਂਦਾ ਹੈ ਵੀ ਜਿਹੜਾ ਦੁਨੀਆ ਉਹਦਾ ਨਾਮ ਜਪਦੀ ਵੀ ਕਲਯੁਗ ਹੈ। ਮਹਿਲ ਉਸਾਰ ਨਾ ਬੈਠਾ। ਕਿਤੇ ਵੀ ਤੀਰਥਾਂ ਦੇ ਉੱਤੇ ਕਿਸੇ ਧਰਤੀ ਤੇ ਮਹਿਲ ਉਸਾਰ ਕੇ ਕਲਯੁਗ ਨਹੀਂ ਬੈਠਾ ਹੋਇਆ ਰਾਜਾ ਬਣ ਕੇ। ਜੇ ਕੋ ਸਤ ਕਰੇ ਸੋ ਸੀਜੈ। ਬਸ ਇਹਦੇ ਲੱਛਣ ਹੀ ਨੇ, ਨਿਸ਼ਾਨੀਆਂ ਨੇ। ਕਹਿੰਦੇ ਦੇਖੋ ਇਸ ਸਮੇਂ ਵਿੱਚ ਜੇ ਕੋ ਸਤ ਕਰੇ, ਜੇ ਕੋ ਸੱਚ ਦੀ ਕਮਾਈ ਕਰਦਾ ਹੈ, ਸੱਚੇ ਨਾਮ ਨੂੰ ਜਪਦਾ ਹੈ, ਸੱਚ ਧਰਮ ਦੀ ਪਾਲਣਾ ਕਰਦਾ, ਛਿੰਜੈ। ਕਹਿੰਦੇ ਨੇ ਉਹਦੀ ਲੋਕੀ ਬਦਨਾਮੀ ਕਰਦੇ ਨੇ, ਉਹ ਛਿਜਦਾ ਹੈ, ਸੋ ਪਤਲਾ ਪੈਂਦਾ ਹੈ, ਸ਼ਰਮਸਾਰ ਹੁੰਦਾ ਹੈ। ਤਪ ਘਰ ਤਪ ਨਾ ਹੋਈ। ਤੇ ਜਿਹੜੇ ਬੜੇ ਬੜੇ ਤਪਸਵੀ ਲੋਕ ਲੰਬੇ ਸਮੇਂ ਤੋਂ ਤਪੱਸਿਆ ਕਰਕੇ ਤਪ ਦੇ ਘਰ ਬਣ ਜਾਂਦੇ ਨੇ, ਤਪਸਵੀ ਹਠੀ ਤਪੀ, ਉਹਨਾਂ ਦਾ ਤਪ ਘਰ ਤਪਦਾ, ਉਹਨਾਂ ਤਪਸਵੀਆਂ ਦਾ ਜਿਹੜਾ ਤਪ ਹੈ ਉਸ ਨੂੰ ਇਹ ਛੀਨ ਕਰ ਦਿੰਦਾ ਹੈ। ਤੋ ਕਹਿੰਦੇ ਇਹ ਕਲਯੁਗ ਦਾ ਪ੍ਰਭਾਵ ਹੈ। ਜੇ ਕੋ ਨਾਉ ਲਏ ਬਦਨਾਵੀ। ਤੇ ਜੇ ਕੋਈ ਰੱਬ ਦਾ ਨਾਂ ਲੈਂਦਾ ਹੈ ਤੇ ਇਹੀ ਲੋਕ ਦੁਨੀਆ ਦੇ ਉਹਨੂੰ ਬਦਨਾਮ ਕਰਦੇ ਹਨ। ਕਲ ਕੇ ਲਖਣ ਏਈ। ਹਜੂਰ ਕਹਿੰਦੇ ਇਹ ਵੀ ਲੱਛਣ ਕਲਯੁਗ ਦੇ ਤੁਹਾਨੂੰ ਦੱਸੇ ਨੇ ਭਾਈ, ਇਹ ਕਲਯੁਗ ਦੇ ਲੱਛਣ ਹਨ, ਨਿਸ਼ਾਨੀਆਂ ਹਨ। ਜਿਸ ਸਿਕਦਾਰੀ ਤਿਸਹਿ ਖੁਆਰੀ। ਜਿਹੜੇ ਕੋਈ ਸਿਕਦਾਰ ਹੁਕਮ ਚਲਾਉਣ ਵਾਲੇ ਸਰਦਾਰ ਬਣਦੇ ਆ, ਮੁਖੀ ਲੋਕ ਬਣਦੇ ਨੇ, ਕਹਿੰਦੇ ਨੇ ਭਾਵੇਂ ਕੁਝ ਸਮਾਂ ਸਰਦਾਰੀਆਂ ਕਰਨਗੇ, ਬਾਅਦ ਵਿੱਚ ਸੋ
ਕਰੇ ਧੰਗਾਣਾ ਧੱਕਾ ਕਰਦੇ ਨੇ, ਫਿਰ ਉਹਨਾਂ ਦੀ ਖੁਆਰੀ ਉਹੀ ਲੋਕ ਖੁਆਰੀ ਕਰਦੇ ਹੈ। ਚਾਕਰ ਕੇਹ ਡਰਣਾ, ਤੇ ਜਿਹੜੇ ਵਿਚਾਰੇ ਸੇਵਾਦਾਰ ਚਾਕਰ ਨੇ ਉਹਨਾਂ ਨੂੰ ਕਾਹਦਾ ਡਰ ਹੈ? ਜਿਹੜੇ ਮੁਖੀ ਲੋਕ ਬਣਦੇ ਆ, ਸਰਦਾਰੀਆਂ ਕਰਦੇ ਨੇ, ਕਹਿੰਦੇ ਡਰ ਉਹਨਾਂ ਨੇ ਹੁੰਦਾ ਕਿ ਮੁੜ ਕੇ ਕੇਸ ਬਣ ਜਾਂਦੇ ਉਹਨਾਂ ਤੇ। ਜਾ ਸਿਕਦਾਰ ਪਵੈ ਜੰਜੀਰੀ, ਜਦੋਂ ਮਾੜੇ ਕਰਮਾਂ ਕਰਕੇ ਉਹਨਾਂ ਸੋ ਹੁਕਮ ਚਲਾਉਣ ਵਾਲੇ ਸਿਕਦਾਰਾਂ ਸਰਦਾਰਾਂ ਦੇ ਗਲ ਜੰਜੀਰਾਂ ਪੈਂਦੀਆਂ ਨੇ। ਸੋ ਇਸ ਪ੍ਰਕਾਰ ਮਾੜੇ ਕਰਮਾਂ ਕਰਕੇ ਵਾਰੰਟ ਨਿਕਲ ਜਾਂਦੇ ਆ, ਕੇਸ ਬਣ ਜਾਂਦੇ ਉਹਨਾਂ ਤੇ। ਤਾ ਚਾਕਰ ਹੱਥੋਂ ਮਰਣਾ, ਤੇ ਮੁੜ ਕੇ ਉਹੋ ਹੀ ਜਿਹੜੇ ਚਾਕਰਾਂ ਤੇ ਹੁਕਮ ਕਰ ਕਰਕੇ ਤੰਗ ਕਰਦੇ ਸੀ, ਉਹੋ ਹੀ ਫਿਰ ਗਵਾਹੀਆਂ ਦਿੰਦੇ ਨੇ। ਮੌਤ ਫਿਰ ਉਹਨਾਂ ਦੇ ਹੱਥੋਂ ਹੀ ਹੁੰਦੀ ਹੈ। ਉਹੋ ਹੀ ਚਾਕਰਾਂ ਨਾਲ ਜੋ ਧੱਕਾ ਕੀਤਾ, ਸਮਾਂ ਜਦੋਂ ਬਣ ਜਾਂਦਾ ਹੈ, ਉਹੋ ਹੀ ਫਿਰ ਗਰੀਬ ਲੋਕ ਲਤਾੜੇ ਹੋਏ ਜਿਹੜੇ ਨੇ ਉਹਨਾਂ ਦੇ ਉੱਥੇ ਮੌਤ ਹੁੰਦੀ। ਇਹੋ ਜਿਹੇ ਲੋਕਾਂ ਦੀ ਫਿਰ ਆਖ ਗੁਣਾ ਕਲ ਆਈਐ, ਇਸ ਵਾਸਤੇ ਹਜੂਰ ਕਹਿੰਦੇ ਵੀ ਆਖ ਰਹੇ ਹਾਂ, ਇਹ ਨੇ ਗੁਣ ਕੱਲ ਆਈ, ਇਹ ਕਲਯੁਗ ਆ ਗਿਆ ਹੈ। ਸੋ ਇਹ ਕਲਯੁਗ ਸੋ ਕੱਲ ਆਈ ਕੁੱਤੇ ਮੂੰਹ, ਮਾਰੇ ਕਦੇ ਕੁੱਤੇ ਦੇ ਮੂੰਹ ਵਾਲੀ ਇਹ ਕਲਯੁਗ ਦੀ ਕਲਾ ਆਈ ਹੋਈ ਜਾਣ ਦੋ, ਇਹ ਲੱਛਣ ਹਨ। ਦੇਹੋ ਜੁਗ ਕੇਰਾ ਰਹਿਆ ਤਪਾਵਸ, ਕਹਿੰਦੇ ਭਾਈ ਪਿਛਲੇ ਤਿੰਨੇ ਯੁੱਗਾਂ ਦਾ ਤਪਾਫ ਜੋ ਇਨਸਾਫ ਸੀ ਨਾ, ਉਹ ਕਲਯੁਗ ਵਿੱਚ ਰਹਿ ਗਿਆ। ਹੁਣ ਕਹਿੰਦੇ ਉਹ ਇਨਸਾਫ ਨਹੀਂ ਇੱਥੇ ਹੁੰਦਾ ਹੈ। ਜੇ ਗੁਣ ਦੇਹ ਤਾਂ ਪਾਈਐ, ਪਰ ਜੇ ਮਾਲਕ ਵਾਹਿਗੁਰੂ ਪਰਮੇਸ਼ਵਰ ਇਹ ਗੁਣਾਂ ਦੀ ਦਾਤ ਬਖਸ਼ੇ, ਗੁਰੂ ਕੋਲ ਦਾਤ ਮਿਲੇ ਗੁਣਾਂ ਦੀ, ਤਾਂ ਕਹਿੰਦੇ ਨੇ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਕਲ ਕਲ ਵਾਲੀ ਸਰਾ ਨਬੇੜੀ, ਕਹਿੰਦੇ ਇਹ ਕਲਯੁਗ ਵਿੱਚ ਕਿਰਿਆ ਇਹਨਾਂ ਦੀ ਕਲਾ ਵਾਲੀ, ਝਗੜਿਆਂ ਵਾਲੀ ਹੈ। ਸੋ ਸ਼ਰ੍ਹਾ ਜੋ ਮੁਸਲਮਾਨਾਂ ਦੀ ਸ਼ਰ੍ਹਾ ਦਾ ਕਾਨੂੰਨ ਚੱਲਦਾ ਹੈ, ਕਿਉਂਕਿ ਤੱਕਿਆ ਹੈ ਕਿ ਇਹ ਜਿਹੜੇ ਰਾਜਨੀਤਿਕ ਲੋਕ ਨਾ, ਤਾਂ ਇੱਕ ਵਾਰ ਕੋਈ ਗੱਲ ਹੋਈ, ਬੰਦਾ ਸੀ ਰਾਜਨੀਤਿਕਾਂ 'ਚ ਵਿਚਰਨ ਵਾਲਾ, ਤੇ ਉਹਨਾਂ ਨੂੰ ਅਸੀਂ ਗੱਲਬਾਤ ਕਰ ਰਹੇ ਸੀ। ਮੈਂ ਕਿਹਾ ਵੀ ਆਹ ਜਿਹੜਾ ਕੰਮ ਆ ਵੀ ਇਹ ਕੀ ਹੈ? ਉਹ ਕਹਿੰਦੇ ਵੀ ਗੱਲ ਇੱਦਾਂ ਹੈ। ਸੋ ਜਿੱਦਾਂ ਰਜਨੀਸ਼ ਨੇ ਲਿਖਿਆ ਹੈ, ਕਹਿੰਦੇ ਵੀ ਜੇ ਅਗਰ ਦੁਨੀਆ ਦੇ ਵਿੱਚੋਂ ਝਗੜਾ ਮੁਕਾ ਦੇਣ ਇਹ ਰਾਜਨੀਤਿਕ ਲੋਕ, ਤੇ ਇਹਨਾਂ ਦੀ ਪੂਜਾ ਕੌਣ ਕਰੇ? ਇਹ ਕਹਿੰਦੇ ਨੇ ਇਹ ਇਸ ਪ੍ਰਕਾਰ ਕੋਈ ਨਾ ਕੋਈ ਇਹਨਾਂ ਉਪਾਧੀ ਖੜੀ ਕਰਨੀ ਹੁੰਦੀ ਵੀ ਦੁਨੀਆ ਆਪਸ ਵਿੱਚ ਲੜੇ ਝਗੜੇ, ਸਾਡੀ ਚੌਧਰ ਬਣੇ। ਇਸ ਵਾਸਤੇ ਸੋ ਕਹਿੰਦੇ ਇਹ ਕੰਮ ਜਿਹੜਾ ਨਾ ਇਹ ਲੋਕ ਕਰ ਰਹੇ, ਇਸ ਵਾਸਤੇ ਸੋ ਕਹਿੰਦੇ ਨੇ ਭਾਈ ਸ਼ਰ੍ਹਾ ਨਿਬੇੜੀ। ਇਹ ਜਿਹੜੇ ਕਾਜੀ ਉਦਕ ਹਨ ਮੁਸਲਮਾਨ ਸ਼ਰ੍ਹਾ ਦੇ ਗਿਆ, ਤੇ ਉਹ ਝਗੜੇ ਆਦਿਕ ਪੈਦਾ ਕਰਕੇ ਤੇ ਫਿਰ ਫੈਸਲੇ ਕਰਦੇ ਹਨ। ਕਾਜੀ ਕ੍ਰਿਸ਼ਨਾ ਹੋਵਾ, ਇਹ ਜਿਹੜੇ ਕਾਜੀ ਲੋਕ ਨੇ ਜੋ ਸ਼ਰ੍ਹਾ ਦੇ ਗਿਆਤੇ ਨੇ, ਇਨਸਾਫ ਕਰਨ ਵਾਲੇ, ਕ੍ਰਿਸ਼ਨਾ ਕਾਲੇ ਮਨ ਵਾਲੇ ਹੋਏ ਨੇ, ਵੱਡੀ ਲੈ ਕੇ ਹੱਕ ਗਵਾਏ, ਇਹੋ ਜਿਹੇ ਕਰਮ ਕਰਦੇ ਹਨ। ਬਾਣੀ ਬ੍ਰਹਮਾ ਵੇਦ ਅਥਰਬਣ, ਤੋ ਅਥਰਵਣ ਵੇਦ ਹੈ। ਕਹਿੰਦੇ ਬ੍ਰਹਮਾ ਆਦਿਕ ਨੇ ਜੋ ਬਾਣੀ ਉਚਾਰਨ ਕੀਤੀ ਹੋ ਅਥਰਵਣ ਵੇਦ ਦੀ। ਕਰਨੀ ਕੀਰਤ ਲਹਿਆ, ਤੋ ਜਿਹੜੀ ਇਸ ਪ੍ਰਕਾਰ ਕਰਨੀ ਕੀਰਤ ਜਸ ਜੋ ਉਹਦੇ ਵਿੱਚ ਲਹਿਆ ਜਾਣਿਆ ਹੈ। ਪਤ ਬਿਨ ਪੂਜਾ ਸਤ ਬਿਨ ਸੰਜਮ, ਜੇ ਮਹਾਰਾਜ ਕਹਿੰਦੇ ਨੇ ਵੀ ਪਤ ਬਿਨ ਪੂਜਾ, ਜੇ ਜੀਵਨ ਹੀ ਪਤ ਵਾਲਾ ਨਹੀਂ ਹੈ ਤੇ ਪੂਜਾ ਕਿਸ ਕੰਮ? ਪਤ ਇੱਜ਼ਤ ਹੁੰਦੀ, ਪੂਜਾ ਕਰਨੀ ਹੈ, ਸ਼ੁਭ ਕਰਮਾਂ ਦੀ ਇੱਜ਼ਤ ਤਾਂ ਪੱਲੇ ਹੋਣੀ ਚਾਹੀਦੀ। ਪਤ ਬਿਨ ਪੂਜਾ ਤੇ ਸਤ ਬਿਨ ਸੰਜਮ, ਜਤ ਬਿਨ ਕਾਹੇ ਜਿਨ। ਜੇ ਜਤੀ ਨਹੀਂ ਹੈ ਤੇ ਜੰਝੂ ਪਾਉਣ ਦਾ ਕੀ ਫਾਇਦਾ? ਜੇ ਸੱਚ ਨਹੀਂ ਬੋਲਣਾ ਤੇ ਕਹਿੰਦੇ ਸੰਜਮ ਕਾਹਦਾ ਰੱਖਣਾ? ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਨਿਯਮ ਬੰਨ ਦੱਸਣੇ, ਅਸੀਂ ਤੇ ਬੜੀ ਪਵਿੱਤਰਤਾ ਰੱਖਦੇ ਹਾਂ ਜੀ, ਅਸੀਂ ਬੜੇ ਇਸ ਪ੍ਰਕਾਰ ਮੰਤਰ ਪੜ੍ਹਦੇ ਹਾਂ। ਜਤ ਬਿਨ ਕਾਹੇ ਜਨੇਊ, ਤੇ ਜਤ ਜੋ ਇਸ ਪ੍ਰਕਾਰ ਸੋ ਆਪਣੇ ਇੰਦਰੀਆਂ ਨੂੰ ਕੰਟਰੋਲ ਵਿੱਚ ਨਹੀਂ ਰੱਖਣਾ, ਜੇ ਜਤ ਨਹੀਂ ਧਾਰਨ ਕਰਨਾ ਤਾਂ ਮਹਾਰਾਜ ਕਹਿੰਦੇ ਨੇ ਭਾਈ ਜੰਝੂ ਪਾਉਣ ਦਾ ਕੀ ਫਾਇਦਾ? ਮੇਰੇ ਸਤਿਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਹਿਲਾ ਨਿਯਮ ਹੀ ਜਤ ਦਾ, ਜੇ ਧਰਮ ਕਮਾਉਣਾ ਤਾਂ ਜਤ ਪਹਾਰਾ ਧੀਰਜ ਸੁਨਿਆਰ। ਇਸ ਪ੍ਰਕਾਰ ਜਤ ਧਾਰੀ ਹੋ ਕਰਕੇ ਹੀ ਕੋਈ ਬੰਦਗੀ ਕਰ ਸਕਦਾ ਹੈ। ਨਾਵਹੁ ਧੋਵਹੁ ਤਿਲਕ ਚੜਾਵਹੁ, ਦੇਖੋ ਪੰਡਤ ਲੋਕੋ ਨਹਾਉਂਦੇ ਹੋ, ਪਿੰਡਾ ਧੋਂਦੇ ਹੋ, ਤੇ ਇਸ ਪ੍ਰਕਾਰ ਤਿਲਕ ਲਾਉਂਦੇ ਹੋ ਮੱਥੇ ਤੇ। ਸੋਚ ਬਿਨ ਸੋਚ ਨਾ ਹੋਈ, ਦੇਖੋ ਜਦੋਂ ਤੱਕ ਤੁਸੀਂ ਆਪਣੀ ਸੋਚ ਨਹੀਂ ਚੰਗੀ ਕਰਦੇ, ਸੁਚਮ ਕਿੱਦਾਂ ਹੋਏਗਾ? ਜਿਸ ਤਰ੍ਹਾਂ ਮਹਾਰਾਜ ਨੇ ਬਾਣੀ ਵਿੱਚ ਜ਼ਿਕਰ ਕੀਤਾ ਨਾ, ਸੋ ਸੁਚ ਹੋਵੇ ਤਾਂ ਸੱਚ ਪਾਈਏ। ਤੋ ਮਹਾਂਪੁਰਖਾਂ ਨੇ ਇਹਦਾ ਅਰਥ ਕੀਤਾ, ਬਾਬਾ ਗੁਰਬਚਨ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਮਹਾਂਪੁਰਸ਼ਾਂ ਨੇ ਸੋ ਕਹਿੰਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ। ਭਾਈ ਸੱਚ ਦੀ ਪ੍ਰਾਪਤੀ ਤਾਂ ਹੋਣੀ ਆ ਜੇ ਸੁੱਚ ਹੋਵੇ। ਕਿਹੜੀ ਸੁੱਚ? ਕਹਿੰਦੇ ਤੁਹਾਡੇ ਹਿਰਦੇ ਦੇ ਵਿੱਚੋਂ ਇਹ ਕਾਮ ਕ੍ਰੋਧ ਆਦਿਕ ਮੈਲ ਦੂਰ ਹੋਵੇ, ਹਿਰਦਾ ਸੁੱਚਾ ਹੋਣਾ ਚਾਹੀਦਾ। ਇਹ ਸੁੱਚ ਕਹੀ ਮਹਾਰਾਜ ਨੇ, ਹਿਰਦਾ ਸੁੱਚਾ ਹੋ ਸੱਚ ਦੀ ਪ੍ਰਾਪਤੀ ਹੋਊਗੀ। ਤੇ ਕਹਿੰਦੇ ਨੇ ਭਾਈ ਤੋ ਸੁਚਮ ਤੋਂ ਬਿਨਾਂ ਤੁਸੀਂ ਕੀ ਪ੍ਰਾਪਤ ਕਰ ਲਓਗੇ? ਕਲ ਪ੍ਰਵਾਨ ਕਤੇਬ ਕੁਰਾਨ, ਕਹਿੰਦੇ ਕਲਯੁਗ ਦੇ ਵਿੱਚ ਸੋ ਇਸ ਪ੍ਰਕਾਰ
ਕੁਰਾਨ ਤੇ ਕਿਤਾਬਾਂ ਮੁਸਲਮਾਨਾਂ ਦੀਆਂ ਪ੍ਰਮਾਣਿਕ ਹੋ ਗਈਆਂ ਨੇ, ਉਹਨਾਂ ਦੀ ਸ਼ਰ੍ਹਾ ਚੱਲਦੀ ਹੈ। ਪੋਥੀ ਪੰਡਤ ਰਹੇ ਪੁਰਾਣ, ਇਹ ਪੰਡਤਾਂ ਦੀਆਂ ਪੋਥੀਆਂ ਤੇ ਪੁਰਾਣ ਜਿਹੜੇ ਉਪਨਿਸ਼ਦਾਂ ਸਾਰੀਆਂ ਰਹਿ ਗਈਆਂ, ਹੁਣ ਇਹਨਾਂ ਦੀ ਗੱਲ ਕੋਈ ਨਹੀਂ ਸੁਣਦਾ। ਹੁਣ ਤੇ ਕੁਰਾਨ ਦੀ ਗੱਲ ਚੱਲਦੀ ਹੈ ਮੁਸਲਮਾਨੀ ਸ਼ਰ੍ਹਾ ਦੀ। ਨਾਨਕ ਨਾਉ ਭਇਆ ਰਹਿਮਾਨ, ਤੇ ਮਹਾਰਾਜ ਕਹਿੰਦੇ ਇੱਥੇ ਨਾਮ ਰੱਬ ਦਾ ਕਹਿੰਦੇ ਰਹਿਮਾਨ ਕਹੋ। ਹੁਣ ਉਸ ਨੂੰ ਸੋ ਕਰੀਮ ਨਹੀਂ ਕਹਿ ਸਕਦੇ, ਇਸ ਪ੍ਰਕਾਰ ਭਗਵਾਨ ਨਹੀਂ ਕਹਿ ਸਕਦੇ। ਰਹਿਮਾਨ ਮੁਸਲਮਾਨ ਆਪਣਾ ਨਾਮ ਜਿਹੜਾ ਉਹ ਜਪਾਉਂਦੇ ਆ। ਕਰ ਕਰਤਾ ਤੂੰ ਏਕੋ ਜਾਣ, ਪਰ ਹਜੂਰ ਕਹਿੰਦੇ ਜੋ ਕਰਤਾ ਕਹਿਣਾ ਵਾਹਿਗੁਰੂ ਪਰਮੇਸ਼ਰ ਨੂੰ, ਕਰ ਕਰ ਕਰਤਾ ਵਾਹਿਗੁਰੂ ਸਭ ਕੁਝ ਕਰਨ ਵਾਲਾ ਕਰਤਾ ਆਦਿਕ ਜੋ ਵਾਹਿਗੁਰੂ ਦਾ ਨਾਮ ਜਪਣਾ ਹੈ। ਨਾਨਕ ਨਾਮ ਮਿਲੈ ਵਡਿਆਈ, ਹਜੂਰ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦੇ ਸਿਮਰਨ ਨਾਲ ਵਡਿਆਈ ਮਿਲਣੀ ਹੈ। ਇਹ ਕਲਯੁਗ ਦੇ ਵਿੱਚ ਠੀਕ ਹੈ, ਕਲਯੁਗ ਦੇ ਲੱਛਣ ਇਹੋ ਜਿਹੇ ਔਗਣ ਆ ਗਏ ਨੇ, ਪਰ ਜਿਹੜਾ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੂ ਏਦੂ ਉਪਰ ਕਰਮ ਨਹੀਂ। ਸਾਰੀ ਵਿਆਖਿਆ ਦਾ ਸ਼ਬਦ ਦਾ ਸਿਧਾਂਤ ਦੱਸ ਦਿੱਤਾ ਭਈ ਸਭ ਤੋਂ ਉੱਤਮ ਕਰਮ ਪਰਮੇਸ਼ਰ ਦੇ ਨਾਮ ਦਾ ਸਿਮਰਨ, ਇਹਦੇ ਉੱਪਰ ਕੋਈ ਹੋਰ ਕਰਮ ਨਹੀਂ ਹੈ। ਮਤਾਂ ਕਰਮ ਕਾਂਡਾਂ 'ਚ ਪਇਓ ਗੁਰ ਸਿੱਖੋ, ਸਭ ਤੋਂ ਉੱਚਾ ਕਰਮ ਰੱਬ ਦੇ ਨਾਮ ਦਾ ਸਿਮਰਨ ਕਰਨਾ, ਗੁਰੂ ਨਾਲ ਮਿਲ ਕਰਕੇ ਸਤਸੰਗ ਕਰਨਾ ਹੈ। ਜੇ ਘਰ ਹੋਦੈ ਮੰਗਣ ਜਾਈਐ, ਦੇਖੋ ਇਹ ਸੰਸਾਰੀ ਗੱਲ ਹੈ। ਜੇ ਕਿਸੇ ਦੇ ਘਰ ਵਿੱਚ ਵਸਤੂ ਹੈ ਤੇ ਬਾਹਰ ਮੰਗਦਾ ਹੋਵੇ, ਫਿਰ ਉਲਾਮਾ ਮਿਲੈ ਤਹੀ, ਫਿਰ ਕਹਿੰਦੇ ਲੋਕੀ ਉਸ ਨੂੰ ਉਲਾਮੇ ਤੇ ਤਾਨੇ ਮਾਰਦੇ ਨੇ, ਘਰ ਵਿੱਚ ਤਾਂ ਤੇਰੇ ਚੀਜ਼ ਹੈਗੀ, ਤੂੰ ਬਾਹਰ ਕਿਉਂ ਮੰਗਦਾ ਹੈ। ਮਹਾਰਾਜ ਕਹਿੰਦੇ ਪਰਮੇਸ਼ਵਰ ਦਾ ਨਾਮ ਤੁਹਾਡੇ ਹਿਰਦੇ ਵਿੱਚ ਹੈ। ਦੇਵੀ ਦੇਵਤਿਆਂ ਕੋਲ ਜਾ ਕਰਕੇ ਉੱਥੇ ਮੱਥੇ ਰਗੜਨ ਦੀ ਲੋੜ ਨਹੀਂ, ਉਹ ਨਾਮ ਨਹੀਂ ਦੇ ਸਕਦੇ, ਨਾ ਮੁਕਤ ਕਰ ਸਕਦੇ ਹਨ। ਭਗਤਾਂ ਨੇ ਪ੍ਰਤੱਖ ਕਹਿ ਦਿੱਤਾ, ਕਹਿੰਦੇ ਤੂੰ ਕਹੀਆ ਤਿਹੀ ਆਦ ਭਵਾਨੀ, ਮੁਕਤੀ ਮਰੀਆ ਕਹਾਂ ਛਪਾਨੀ। ਕਹਿੰਦੇ ਜਦੋਂ ਤੇਰੇ ਕੋਲ ਮੁਕਤੀ ਮੰਗੀ ਤੇ ਕਿੱਥੇ ਮੂੰਹ ਲੁਕਾ ਕੇ ਭੱਜ ਗਈ। ਕਹਿੰਦੇ ਤੂੰ ਮਹਾਦੇਵੀ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲੀ ਹੈ, ਨਹੀਂ ਦੇ ਸਕਦੀ ਮੁਕਤੀ, ਆਪ ਮੁਕਤ ਨਹੀਂ ਹੋਈ, ਤੁਹਾਨੂੰ ਮੁਕਤੀ ਕਿੱਥੋਂ ਦੇ ਦੂ। ਇਸ ਵਾਸਤੇ ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਸਭ ਤੋਂ ਉੱਚਾ ਹੈ। ਔਰ ਸਤਿਗੁਰੂ ਪਰਮੇਸ਼ਵਰ ਨੇ ਸਾਰੇ ਹਿਰਦਿਆਂ ਵਿੱਚ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਕਾ ਵਿਸਰਾਮ, ਸਾਡੇ ਅੰਦਰ ਹੀ ਉਹ ਨਾਮ ਟਿਕਾਇਆ ਹੋਇਆ ਹੈ, ਪਰ ਗੁਰੂ ਤੋਂ ਬਿਨਾਂ ਪ੍ਰਗਟ ਨਹੀਂ ਹੁੰਦਾ। ਇਸ ਵਾਸਤੇ ਨਾਮ ਦਾ ਸਿਮਰਨ ਕਰਕੇ ਹੀ ਪਿਆਰਿਓ ਭਲਾ ਹੋਣਾ ਹੈ। ਮੇਰੇ ਸਤਿਗੁਰੂ ਕਹਿੰਦੇ ਇਸ ਤੋਂ ਉੱਚਾ ਕੋਈ ਕਰਮ ਹੋਰ ਨਹੀਂ ਹੈ। ਚਉਪਈ ਉੱਚੇ ਸੁਰ ਸੋ ਸ਼ਬਦ ਬਸਾਇਓ, ਜਦੋਂ ਰਾਮ ਕਲੀ ਰਾਗ ਉੱਚੀ ਸੁਰ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ ਮਰਦਾਨੇ ਤੋਂ ਰਬਾਬ ਵਜਾ ਕਰਕੇ ਗਾਇਆ ਹੈ, ਤਾਂ ਰਾਮ ਕਲੀ ਸੋ ਰਾਗ ਮਹਿ ਗਾਇਓ। ਰਾਮ ਕਲੀ ਰਾਗ ਦੇ ਵਿੱਚ ਇਹ ਰਾਮ ਕਲੀ ਗੁਣ ਕਲੀ ਇਹ ਰਾਗਾਂ ਦੇ ਨਾਮ ਨੇ, ਤੋ ਰਾਗ ਗਾਇਆ ਸਤਿਗੁਰਾਂ ਨੇ। ਸੁਨ ਸੁਨ ਕਰ ਬਹੁ ਮਾਨਵ ਆਏ, ਤੇ ਜਦੋਂ ਮੇਰੇ ਸਤਿਗੁਰੂ ਪਾਤਸ਼ਾਹ ਭਾਈ ਰੱਬ ਹੈ ਪਰਮੇਸ਼ਰ ਹੈ, ਜਦੋਂ ਉਹਨਾਂ ਨੇ ਕੀਰਤਨ ਗਾਵਿਆ ਤੇ ਭਾਈ ਕੀਰਤਨ ਤੇ ਫਿਰ ਕੌਣ ਹੈ ਜਿਹੜਾ ਨਾ ਆਵੇ। ਬਹੁਤ ਦੁਨੀਆ ਇਕੱਤਰ ਹੋ ਗਈ ਹੈ। ਪ੍ਰੀਤ ਧਾਰ ਬੈਸੇ ਤਿਹ ਥਾਏ, ਬੜਾ ਪ੍ਰੇਮ ਧਾਰ ਕੇ ਮੇਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੈਠ ਗਏ, ਕੀਰਤਨ ਸੁਣ ਲੋਕੀ ਬਹਿ ਗਏ, ਸਤਸੰਗ ਬਣ ਗਿਆ। ਕੇਤਕ ਪੰਡਤ ਤਿਨੈ ਮਝਾਰੀ, ਤੇ ਕਈ ਵਿਦਵਾਨ ਪੰਡਤ ਸਨ ਉਹਨਾਂ ਦੇ ਵਿੱਚ, ਸ਼ਬਦ ਸਰੋਨ ਸੁਨ ਗਿਰਾ ਉਚਾਰੀ। ਉਹਨਾਂ ਨੇ ਕੰਨਾਂ ਵਿੱਚ ਸ਼ਬਦ ਸੁਣਿਆ ਤੇ ਗੁਰੂ ਸਾਹਿਬ ਨੇ ਇਉਂ ਬਚਨ ਕੀਤਾ, ਕਹਿੰਦੇ ਹਨ ਇਸ ਕੇ ਅਰਥ ਸੁਨਾਈਏ ਹਮਕੋ, ਮਹਾਰਾਜ ਸਾਨੂੰ ਇਹ ਸ਼ਬਦ ਦੀ ਸਮਝ ਨਹੀਂ ਆਈ, ਤੁਸੀਂ ਹੁਣ ਕਥਾ ਕਰੋ। ਭਾਵ ਵੀ ਮਹਾਰਾਜ ਨੂੰ ਕਿਹਾ ਵੀ ਸ਼ਬਦ ਦੇ ਅਰਥ ਦੱਸੋ, ਕਥਾ ਹੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਸ਼ਬਦ ਦੇ ਅਰਥ ਸਮਝਾਓ ਸਾਨੂੰ। ਸੰਤ ਰੂਪ ਦੇਖਤ ਹੈ ਤੁਮਕੋ, ਕਿਉਂਕਿ ਮਹਾਰਾਜ ਅਸੀਂ ਤੁਹਾਨੂੰ ਸੰਤ ਰੂਪ ਕਰਕੇ ਦੇਖਿਆ ਹੈ ਤੇ ਤੁਸੀਂ ਕਿਰਪਾ ਕੀਤੀ ਹੈ, ਬਖਸ਼ਿਸ਼ ਕਰੋ। ਸ੍ਰੀ ਨਾਨਕ ਸੁਨ ਅਰਥ ਬਖਾਨਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਕੀਰਤਨ ਕੀਤਾ ਹੈ ਨਾਲ ਕਥਾ ਵੀ ਮੇਰੇ ਸਤਿਗੁਰੂ ਨੇ ਸ਼ੁਰੂ ਕੀਤੀ ਹੋਈ ਹੈ, ਕਥਾ ਸੁਣਾਈ। ਇੱਕ ਮਨ ਹੋਵੇ ਕਰ ਸੁਨੋ ਸੁਜਾਨਾ, ਕਹਿੰਦੇ ਭਈ ਦੇਖੋ ਤੁਸੀਂ ਹੋ ਸਿਆਣੇ ਵਿਦਵਾਨ ਪੰਡਤ ਹੋ, ਪਹਿਲੇ ਮਨ ਨੂੰ ਇਕਾਗਰ ਕਰੋ, ਮਨ ਟਿਕਾ ਕੇ ਕਥਾ ਸੁਣੋ। ਸਸ ਰਵ ਉੱਡ ਛਿਤ ਬਾਏ ਸੋ ਤੈਸੇ, ਦੇਖੋ ਸੂਰਜ ਹੈ, ਚੰਦਰਮਾ ਹੈ, ਹਵਾ ਹੈ, ਇਸ ਪ੍ਰਕਾਰ ਸੋ ਇਹ ਜਿਤਨੇ ਵੀ ਹਨ ਸੋ ਧਰਤੀ ਆਕਾਸ਼ ਸਾਰਾ ਕੁਛ ਤ੍ਰੈ ਜੁਗ ਮਹਿ ਵਰਤ ਹੈ ਥੀ ਜੈਸੇ, ਜਿਸ ਤਰ੍ਹਾਂ ਪਿਛਲੇ 3 ਯੁਗਾਂ ਵਿੱਚ ਵਰਤਦੇ ਸਨ। ਦੋਹਰਾ ਮਾਨਵ ਮਲਨ ਬੁੱਧੀ ਭਏ, ਹੁਣ ਕਹਿੰਦੇ ਇਹ ਸਾਰਾ ਕੁਛ ਬ੍ਰਹਿਮੰਡ ਤਾਂ ਉਵੇਂ ਹੀ ਹੈ, ਪਰ ਇਹ ਹੁਣ ਜਿਹੜਾ ਇਸ ਵੇਲੇ ਇਹ ਲੋਕ ਨੇ ਇਹਨਾਂ ਦੀ ਬੁੱਧੀ ਮੈਲੀ ਹੋ ਗਈ ਹੈ, ਇਹਨਾਂ ਦੀ ਸੋਚ ਮਾੜੀ ਹੈ। ਜਾਂ ਤੇ ਕਲੀ ਲਖਾਏ, ਇਸ ਵਾਸਤੇ ਜਾਣਿਆ ਜਾਂਦਾ ਵੀ ਕਲਯੁੱਗ ਹੈ। ਇਹ ਦੁਨੀਆ ਦੇ ਲੋਕ ਜਦੋਂ ਸੋ ਕਲੇਸ਼ ਪਾਉਣ ਵਾਲੇ ਬਣ ਗਏ ਤੇ ਕਲਯੁੱਗ ਬਣ ਗਿਆ।
ਬਾਕੀ ਤਾਂ ਸਾਰਾ ਕੁਝ ਬ੍ਰਹਿਮੰਡ ਜਿਹੜਾ ਉਹ ਜੋ ਸਤਜੁਗ ਸੀ ਉਹੀ ਪਰਮੇਸ਼ਰ ਨੇ ਬਦਲਿਆ ਤਾਂ ਕੁਝ ਨਹੀਂ ਹੈ। ਪੁਨ ਇਨ ਕੋ ਵਿਸ਼ਵਾਸ ਕਿਆ, ਤੋ ਕਹਿੰਦੇ ਫੇਰ ਇਹਨਾਂ ਦਾ ਕੀ ਭਰੋਸਾ ਹੈ। ਕਲ ਜੇ ਨਰ ਜਨਮਾਏ, ਕਹਿੰਦੇ ਨੇ ਇਹ ਜਿਹੜਾ ਕਲਯੁਗ ਵਿੱਚ ਜੀਵਾਂ ਦਾ ਜਨਮ ਹੋਇਆ ਇਹਨਾਂ ਦੀ ਉਮਰ ਥੋੜੀ ਆ, ਹੁਣ ਵਿਸ਼ਵਾਸ ਨਹੀਂ ਕਿੰਨਾ ਚਮਾ ਕੋ ਰਹੂਗਾ, ਕਿਸੇ ਦੀ ਉਮਰ ਦਾ ਕੋਈ ਪਤਾ ਨਹੀਂ। ਸੋ ਬਚਪਨ ਹੈ ਕਿ ਜਵਾਨੀ ਕਿ ਬੁਢੇਪੇ 'ਚ ਤੁਰ ਜਾਣਾ ਕਿਸੇ ਨੇ। ਚੌਪਈ ਬਰਖਾ ਬਿਖੈ ਬੁੱਧ ਬੁਦਾ ਜੈਸੇ, ਜਿਸ ਤਰੀਕੇ ਦੇ ਨਾਲ ਸੋ ਬਰਸਾਤ ਪੈਂਦੀ ਆ, ਪਾਣੀ ਧਰਤੀ ਤੇ ਹੁੰਦਾ, ਜਦੋਂ ਛਿੱਟਾਂ ਪੈਂਦੀਆਂ ਬੁਦਬੁਦੇ ਪੈਦਾ ਹੋ ਜਾਂਦੇ ਆ। ਉਪਜਤ ਬਿਨਸਤ ਹੈ ਇਹ ਤੈਸੇ, ਜਿਸ ਤਰੀਕੇ ਦੇ ਨਾਲ ਸੋ ਜੈਸੇ ਜਲ ਤੋਂ ਬੁਦਬੁਦਾ, ਪਾਣੀ ਦੇ ਉੱਤੇ ਬੁਲਬੁਲਾ ਹੁੰਦਾ ਹੈ, ਇੱਕ ਬੂੰਦ ਪੈਂਦੀ ਬੁਲਬੁਲਾ ਦੂਜੀ ਨਾਲ ਫੁੱਟ ਜਾਂਦਾ। ਇਸੇ ਤਰ੍ਹਾਂ ਇਹ ਜੀਵ ਬੁਦਬੁਦੇ ਦੀ ਨਿਆਈ ਹਨ। ਜੋ ਕਲ ਯੁਗ ਕਿਤ ਦੇਸ ਨ ਆਇਓ, ਜਿਹੜਾ ਕਲਯੁਗ ਆ ਕਹਿੰਦੇ ਕਿਸੇ ਦੇਸ਼ ਵਿੱਚ ਨਹੀਂ ਜਾ ਕਰਕੇ ਬੈਠਾ ਹੋਇਆ, ਆਇਆ ਨਹੀਂ ਕਿਤੇ। ਬੈਠਿਓ ਕਿਤੇ ਦੁਰਗ ਨਹਿ ਪਾਇਓ, ਕਿਤੇ ਕਿਲਾ ਬਣਾ ਕਰਕੇ ਬੈਠਾ ਨਹੀਂ ਹੋਇਆ ਹੈ। ਜੇ ਲਖਣ ਅਬ ਮਨੁਜ ਕਰਾਈ, ਆ ਜਿਹੜੇ ਲੱਛਣ ਲੋਕ ਕਰ ਰਹੇ ਆ ਨਾ ਹੁਣ ਮਾੜੇ, ਜਾਂ ਤੇ ਕਲ ਯੁਗ ਪਰਤ ਲਖਾਈ, ਇਸ ਵਾਸਤੇ ਜਾਣਿਆ ਜਾਂਦਾ ਹੈ ਵੀ ਕਲਯੁਗ ਹੈ ਹੁਣ। ਜਤ ਸਤ ਤਪ ਹੋਵੇ ਪੂਰਾ ਨਾਹੀ, ਤੋ ਜਤ ਸਤ ਤਪ ਜਿਹੜੇ ਸ਼ੁਭ ਗੁਣ ਨੇ ਇਹ ਪੂਰਨ ਨਹੀਂ ਹੋ ਰਹੇ ਲੋਕਾਂ ਕੋਲੋਂ। ਨਾਮ ਜਪੇ ਤਿਹ ਕਹਿ ਬਦਰਾਹੀ, ਇਸ ਪ੍ਰਕਾਰ ਜੇ ਕੋਈ ਨਾਮ ਜਪਦਾ ਹੈ ਤੇ ਉਸ ਨੂੰ ਕਹਿੰਦੇ ਬਦਰਾਹੀ ਕੁਰਾਈਆ ਹੋ ਗਿਆ। ਗੁਰੂ ਨਾਨਕ ਨੂੰ ਇਹੋ ਕਹਿੰਦੇ ਸੀ ਨਾ ਦੁਨੀਆ, ਗੁਰੂ ਸਾਹਿਬ ਨਾਮ ਜਪਦੇ ਜਪਾਉਂਦੇ ਕਹਿੰਦੇ ਤੂੰ ਕੁਰਾਈਆ ਹੈ, ਮਰਦਾਨੇ ਨੂੰ ਕਹਿੰਦੇ ਸੀ ਕੁਰਾਈਆਂ ਦਾ ਡੂਮ ਹੈ। ਦੋਹਰਾ ਸਤਜੁਗ ਪਾਪੀ ਏਕ ਤੇ, ਤੋ ਕਹਿੰਦੇ ਦੇਖੋ ਸਤਜੁਗ ਦੇ ਵਿੱਚ ਇੱਕ ਬੰਦਾ ਪਾਪ ਕਰਕੇ ਜੇ ਪਾਪੀ ਬਣਦਾ ਸੀ ਦੇਸ ਮਾਰੀਏ ਸੋਏ, ਤੇ ਸਾਰੇ ਦੇਸ਼ ਨੂੰ ਕਹਿੰਦੇ ਮਾਰ ਪੈਂਦੀ ਸੀ ਵੀ ਪਾਪ ਕਿਉਂ ਹੋਇਆ ਇਸ ਦੇਸ਼ ਦੇ ਵਿੱਚ, ਸਜ਼ਾ ਭੁਗਤਣੀ ਪੈਂਦੀ ਸਾਰੇ ਦੇਸ਼ ਨੂੰ। ਤ੍ਰਿਤ ਨਗਰੀ ਪੀੜੀਏ, ਤੇ ਜੇ ਤ੍ਰੇਤੇ ਯੁੱਗ ਦੇ ਵਿੱਚ ਇਸ ਪ੍ਰਕਾਰ ਸੋ ਰਾਵਣ ਨੇ ਇਸ ਪ੍ਰਕਾਰ ਸੀਤਾ ਜੀ ਨੂੰ ਚੱਕ ਕੇ ਲਿਆਂਦਾ ਤੇ ਲੰਕਾ ਗਰਕ ਕਰਤੀ ਸੀ, ਸਾਰੀ ਨਗਰੀ ਕਹਿੰਦੇ ਖਤਮ ਕੀਤੀ ਜਾਂਦੀ ਸੀ। ਦੁਆਪਰ ਕੁਲ ਅਗ ਹੋਏ, ਤੇ ਦੁਆਪਰ ਦੇ ਵਿੱਚ ਇਨਸਾਫ ਸੀ, ਜੇ ਕੋਈ ਪਾਪ ਕਰੇ ਉਹਦੀ ਕੁਲ ਨਾਸ ਹੋ ਜਾਂਦੀ ਸੀ। ਇਸ ਪ੍ਰਕਾਰ ਭਗਵਾਨ ਕ੍ਰਿਸ਼ਨ ਦੇ ਗੁਰੂ ਦੁਰਭਾਸ਼ਾ ਜੀ ਦੇ ਨਾਲ ਇਸ ਪ੍ਰਕਾਰ ਸਾਬਨਾਮੇ ਪੁੱਤਰ ਨੇ ਬੱਚਿਆਂ ਨਾਲ ਰਲ ਕੇ ਭਗਵਾਨ ਕ੍ਰਿਸ਼ਨ ਦਿਆਂ ਨੇ ਤੋਂ ਮਖੌਲ ਕੀਤਾ ਸੀ ਤੇ ਇਸ ਪ੍ਰਕਾਰ ਸਾਰੀ ਕੁਲ ਦਾ ਨਾਸ ਹੋਇਆ ਸੀ। ਚੌਪਈ ਕਲਯੁਗ ਪਾਪ ਕਰੇ ਸੋ ਪਾਵਤ, ਪਰ ਕਲਯੁਗ ਦੇ ਵਿੱਚ ਮਹਾਰਾਜ ਕਹਿੰਦੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਆਂ ਕਿਸੇ ਥਾਂ। ਜਿਹੜੇ ਹੱਥ ਨਾਲ ਕੋਈ ਮਾੜਾ ਕਰਮ ਕਰਦਾ ਇੰਨਾ ਇਨਸਾਫ ਹੈ ਕਲਯੁਗ ਵਿੱਚ, ਜਿਹੜਾ ਕਰੇਗਾ ਉਹੀ ਭਰੇਗਾ। ਪੁਨ ਸਤਿਗੁਰ ਜਿਹ ਕੋ ਬਖਸ਼ਾਵਤ, ਤੇ ਫਿਰ ਜਿਹਨੂੰ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਾ ਦਿੰਦੇ ਨੇ ਵਾਹਿਗੁਰੂ ਦੇ ਪਾਸੋਂ, ਨਾਮ ਦਾਨ ਦੇ ਕਰੇ ਉਧਾਰਾ, ਤੇ ਨਾਮ ਦਾ ਦਾਨ ਦੇ ਕਰਕੇ ਉਹਨਾਂ ਦਾ ਉਧਾਰ ਕਰ ਦਿੰਦੇ ਹਨ। ਇਸ ਬਿਨ ਅਪਰ ਨ ਕੋ ਉਪਚਾਰਾ, ਕਹਿੰਦੇ ਵੀ ਇਹ ਤੇ ਬਿਨਾ ਹੁਣ ਕਲਯੁਗ ਵਿੱਚ ਕੋਈ ਉਪਚਾਰ ਯਤਨ ਨਹੀਂ ਕਿ ਜੀਵਾਂ ਦਾ ਭਲਾ ਹੋਵੇ। ਵੇਦ ਅਥਰ ਬਣ ਮਥ ਕਰ ਸਭ ਹੀ, ਜੋ ਅਥਰਵਣ ਵੇਦ ਹੈ ਕਲਯੁਗ ਦਾ, ਇਹਨੂੰ ਮੱਥ ਕੇ ਵਿਚਾਰ ਕਰਕੇ ਹਰ ਕੀਰਤ ਗਤ ਦੇਵਤ ਅਬਹੀ, ਤਾਂ ਕਹਿੰਦੇ ਨੇ ਭਈ ਇਹਦੇ ਵਿੱਚ ਵੀ ਸਿਧਾਂਤ ਇਹੋ ਹੀ ਹੈ ਕਿ ਜੋ ਹਰੀ ਕੀਰਤੀ ਕਰ ਲਈ ਪਰਮੇਸ਼ਵਰ ਦਾ ਜਸ ਕਰਨਾ ਇਹੋ ਹੀ ਮੁਕਤੀ ਦੇਣ ਵਾਲਾ ਹੈ। ਨਾਵਣ ਧੋਵਣ ਬਿਰਥਾ ਸਾਰੇ, ਆ ਜਿਹੜਾ ਨਹਾਓ ਜੀ ਧੋਵੋ ਜੀ ਤੁਸੀਂ ਕਹਿੰਦੇ ਤੀਰਥਾਂ ਤੇ ਜਾ ਜਾ ਕੇ ਅਨੇਕ ਅਡੰਬਰ ਕਰਦੇ ਹੋ, ਇਹ ਸਾਰਾ ਹੀ ਵਿਅਰਥ ਹੋ ਜਾਂਦਾ ਨਾਮ ਦੇ ਸਿਮਰਨ ਤੋਂ ਬਿਨਾ। ਰਾਗ ਦਵੈਖ ਮਲ ਨਹੀਂ ਉਤਾਰੇ, ਕਹਿੰਦੇ ਨੇ ਮਹਾਰਾਜ ਨੇ ਜਿਵੇਂ ਦੂਜੇ ਪਾਤਸ਼ਾਹ ਨੇ ਬਚਨ ਕੀਤਾ, ਸੂਚੇ ਇਹ ਨਾ ਆਖੇ ਬਹਿ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਨ ਮਨ ਵਸਿਆ ਸੋਏ। ਕਹਿੰਦੇ ਬਾਹਰੋਂ ਪਿੰਡਾਂ ਤੇ ਤੀਰਥਾਂ ਤੇ ਜਾ ਕੇ ਧੋਨੇ ਹੋ ਤੇ ਹਿਰਦੇ ਵਿੱਚੋਂ ਰਾਗ ਦਵੈਖ ਮੋਹ ਤੇ ਈਰਖਾ ਇਹ ਤਾਂ ਦੂਰ ਨਹੀਂ ਹੁੰਦੇ ਹਨ। ਸੱਚ ਨਾ ਕਮਾਵੋ ਹੋਏ ਨਾ ਸੂਚੋ, ਜਦੋਂ ਤੱਕ ਸੱਚ ਦੀ ਕਮਾਈ ਨਹੀਂ ਕਰਦੇ, ਸੱਚੇ ਨਾਮ ਦਾ ਸਿਮਰ ਨਹੀਂ ਕਰਦੇ, ਹਿਰਦਾ ਸੁੱਚਾ ਨਹੀਂ ਹੋਣਾ ਹੈ। ਸੱਚ ਨਾਮ ਕਰ ਬੰਧਨ ਮੋਚੂ, ਤੋ ਇਸ ਪ੍ਰਕਾਰ ਸੱਚੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਕੇ ਆਪਣੇ ਬੰਧਨਾਂ ਨੂੰ ਮੋਚੂ ਛੁਡਾ ਲਓ, ਬੰਧਨ ਤੋੜ ਲਓ ਆਪਣੇ। ਮਨ ਮਲੀਨ ਤਨ ਕਰਹਿ ਪਖੰਡਾ, ਤੋ ਕਹਿੰਦੇ ਮਨ ਹੈ ਮੈਲਾ ਤੇ ਪਖੰਡ ਕਰਦੇ ਹੋ, ਭਈ ਵੱਡੇ ਭਗਤ ਬਣਦੇ ਹੋ ਬਾਹਰੋਂ। ਸੇ ਨਰ ਸਹਿ ਅਦਕ ਜਮ ਡੰਡਾ, ਉਹ ਤਾਂ ਜਮਦੂਤਾਂ ਦੇ ਬਹੁਤੇ ਡੰਡੇ ਸਜਾਵਾਂ ਸਹਾਰਨਗੇ ਅੱਗੇ ਜਾ ਕੇ। ਰੁਚਰ ਰੰਗ ਜੋ ਹੋਏ ਮਾਯੂਰਾ, ਤੇ ਇਸ ਪ੍ਰਕਾਰ ਦੇਖੋ ਪ੍ਰਮਾਣ ਦਿੰਦੇ ਨੇ
ਕਹਿੰਦੇ ਦੇਖੋ ਮੋਰ ਦਾ ਕਿੰਨਾ ਸੋਹਣਾ ਰੰਗ ਆ, ਬੜਾ ਸੋਹਣਾ ਲੱਗਦਾ ਹੈ। ਬੋਲਤ ਬਾਣੀ ਅਤ ਸਹਿਰੂਰਾ। ਜਦੋਂ ਸਾਵਣ ਦੀਆਂ ਘਟਾਂ ਆਉਂਦੀਆਂ ਨੇ ਮੋਰ ਕੂਕਦੇ ਬਹੁਤ ਹੀ ਚੰਗੇ ਲੱਗਦੇ ਆ। ਬੀਨ ਬੀਨ ਕਿਰਮਨ ਕੋ ਖਾਹੀ। ਪਰ ਕਰਦਾ ਕੀ ਹੈ, ਚੁਣ ਚੁਣ ਕੇ ਕੀੜੇ ਹੀ ਖਾਂਦਾ ਹੈ। ਕਹਿੰਦੇ ਪਖੰਡ ਤੁਹਾਡਾ ਤੇ ਮੋਰਾਂ ਵਾਂਗ ਬੜਾ ਸੋਹਣਾ ਦੁਨੀਆ ਨੂੰ ਲੱਗਦਾ ਹੈ, ਪਰ ਮੁੜ ਕੇ ਤੁਸੀਂ ਕਰਦੇ ਹੋ ਭੈੜੇ ਕਰਮ। ਤਿਉ ਦੰਬੀ ਭੇ ਅਬ ਜਗ ਮਾਹੀ। ਇਸ ਤਰ੍ਹਾਂ ਨਾਲ ਕਹਿੰਦੇ ਪਖੰਡੀ ਹੋ ਗਏ ਦੁਨੀਆ ਦੇ ਲੋਕ, ਧਰਮੀ ਲੋਕ ਇਹੋ ਜਿਹੇ ਪਖੰਡ ਵਿੱਚ ਪਏ ਹੋਏ ਨੇ। ਕਾਮ ਕ੍ਰੋਧ ਪੁਨ ਲੋਭ ਅਧੀਨਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਹੋਏ ਹੋਏ ਹਨ। ਅਹੰਕਾਰ ਅਤਿਸੈ ਮਨ ਭੀਨਾ। ਤੇ ਬੜਾ ਭਾਰੀ ਮਨ ਚ ਹੰਕਾਰ ਆ ਵੀ ਮੈਂ ਹੀ ਵੱਡਾ ਹਾਂ ਸਾਧੂ, ਮੈਂ ਹੀ ਵੱਡਾ ਧਰਮੀ ਹਾਂ, ਇਉਂ ਕਰਦੇ ਹਨ। ਪਾਏ ਨਰਕ ਮੈਂ ਕਸ਼ਟ ਵਿਸਾਲਾ। ਪਰ ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਅੱਗੇ ਫਿਰ ਸੋ ਪਰਮੇਸ਼ਵਰ ਨੇ ਨਰਕ ਬਣਾਏ ਨੇ, ਬੜੇ ਭਾਰੀ ਦੁੱਖ ਭੋਗਣਗੇ ਨਰਕਾਂ 'ਚ ਪੈ ਕੇ। ਤਬ ਪਛਤਾਹੇ ਫਸੇ ਜਮ ਜਾਲਾ। ਤਦੋਂ ਜਮਾਂ ਦੀ ਮੌਤ ਦੀ ਫਾਈ ਵਿੱਚ ਫਸੇ ਹੋਏ ਪਛਤਾਉਣਗੇ ਵੀ ਕਾਹਨੂੰ ਕੀਤੇ ਭੈੜੇ ਕਰਮ ਅਸੀਂ। ਦੋਹਰਾ ਮਿਲਹਿ ਵਡਾਈ ਨਾਮ ਤੇ। ਹਜ਼ੂਰ ਕਹਿੰਦੇ ਵਡਿਆਈ ਐਸ ਲੋਕ ਤੇ ਪਰਲੋਕ ਵਿੱਚ ਨਾਮ ਦੇ ਸਿਮਰਨ ਨਾਲ ਹੀ ਮਿਲਣੀ ਹੈ। ਇਸ ਉਪਰ ਨਹਿ ਔਰ। ਇਸ ਤੋਂ ਉੱਪਰ ਕਾਇ, ਇਹਦੇ ਉੱਪਰ ਕਰਮ ਨਹੀਂ, ਇਹ ਤੋਂ ਉੱਪਰ ਹੋਰ ਕੋਈ ਚੰਗਾ ਕਰਮ ਨਹੀਂ ਹੈ। ਮਿਲਹਿ ਉਲਾਮੇ ਤਾਹੇ ਕੋ। ਉਹਨਾਂ ਨੂੰ ਉਲਾਮੇ ਮਿਲਦੇ ਆ। ਗੁਰ ਤਜ ਜਾਚਹਿ ਹੋਰ। ਜੋ ਗੁਰੂ ਨੂੰ ਛੱਡ ਕਰਕੇ ਮੜੀਆਂ ਮਠਾਂ ਦੇਵੀ ਦੇਵਤਿਆਂ ਦੇ ਮਗਰ ਭੱਜੇ ਫਿਰਦੇ, ਪੂਰੇ ਗੁਰੂ ਦੇ ਕੋਲ ਨਹੀਂ ਜਾਂਦੇ ਹਨ। ਚਉਪਈ ਜਬ ਸਤਿਗੁਰ ਅਸ ਬਚਨ ਉਚਾਰੇ। ਜਦੋਂ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਨੇ ਇਉਂ ਸ਼ਬਦ ਦੀ ਵਿਆਖਿਆ ਕੀਤੀ ਹੈ ਤਾਂ ਦੰਬੀ ਲੱਜਤ ਸਭਾ ਮਝਾਰੇ। ਹੁਣ ਗੁਰੂ ਦੀ ਸਭਾ ਬਣ ਗਈ ਆ। ਜਿਹੜੇ ਪਖੰਡੀ ਲੋਕ ਸੀ ਹੁਣ ਸ਼ਰਮਸ਼ਾਰ ਹੋ ਗਏ, ਅੱਖਾਂ ਨੀਵੀਆਂ ਪੈ ਗਈਆਂ ਇਹਨਾਂ ਦੀਆਂ। ਪੰਡਤ ਪ੍ਰਸ਼ਨ ਕਰੇ ਕਹਿ ਬਾਨੀ। ਤੋ ਇਸ ਪ੍ਰਕਾਰ ਜਿਹੜੇ ਵਿਦਵਾਨ ਬ੍ਰਾਹਮਣ ਪੰਡਤ ਸਨ ਉਹ ਗੁਰੂ ਸਾਹਿਬ ਕੋਲ ਪ੍ਰਸ਼ਨ ਸਵਾਲ ਕਰਦੇ ਹਨ। ਕਿਹੇ ਉਪਾਸਨਾ ਤੁਮ ਮਨ ਠਾਨੀ। ਤੋ ਹੁਣ ਕਹਿੰਦੇ ਨੇ ਮਹਾਰਾਜ ਉਪਦੇਸ਼ ਬੜਾ ਚੰਗਾ ਹੈ, ਤੁਸੀਂ ਭਗਤੀ ਉਪਾਸਨਾ ਕਿਸ ਦੀ ਕਰਦੇ ਹੋ? ਨਿਰਗੁਣ ਕੈ ਸਰਗੁਣ ਕੀ ਸੇਵਾ। ਇਹਨਾਂ ਵਿੱਚ ਬੜਾ ਇਹ ਭਰਮ ਸੀ ਕਿ ਮਹਾਰਾਜ ਤੁਸੀਂ ਨਿਰਗੁਣ ਦੀ ਉਪਾਸਨਾ ਕਰਦੇ ਹੋ ਜਾਂ ਸਰਗੁਣ ਦੀ ਸੇਵਾ ਕਰਦੇ ਹੋ। ਇਹ ਕੀ ਕਰੋ ਕਹੋ ਨਿਜ ਭੇਵਾ। ਆਪਣਾ ਭੇਦ ਸਮਝਾਓ ਮਹਾਰਾਜ, ਤੁਸੀਂ ਨਿਰਗੁਣ ਕੇ ਸਰਗੁਣ ਦੀ ਭਗਤੀ ਕਰਦੇ ਹੋ। ਸੁਨ ਸ੍ਰੀ ਨਾਨਕ ਬੈਨ ਉਚਾਰੇ। ਸਾਹਿਬ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਕਹਿੰਦੇ ਹਨ ਪ੍ਰਥਕ ਪ੍ਰਥਕ ਦਵੈ ਨਹੀਂ ਵਿਚਾਰੇ। ਹਜ਼ੂਰ ਕਹਿੰਦੇ ਵਿਚਾਰ ਕੇ ਦੇਖ ਲੋ, ਇਹ ਵੱਖਰੇ ਹੈ ਹੀ ਨਹੀਂ ਹਨ, ਇਹ ਇੱਕੋ ਹੀ ਹੈ। ਨਿਰਗੁਣ ਤੇ ਸਰਗੁਣ ਦੋ ਨਹੀਂ ਹੋ ਸਕਦੇ। ਭੇਦ ਹੋਏ ਤਾਂ ਪ੍ਰਥਕ ਸੇਵਾ। ਜੇ ਇਹਨਾਂ 'ਚ ਕੋਈ ਫਰਕ ਹੋਵੇ ਤਾਂ ਵੱਖਰੀ ਸੇਵਾ ਹੋਵੇ ਨਾ, ਫਰਕ ਤਾਂ ਹੈ ਹੀ ਨਹੀਂ, ਸਮਝਣ ਦੀ ਗੱਲ ਹੈ। ਨਿਰਗੁਣ ਸਰਗੁਣ ਲਖੋ ਅਭੇਵਾ। ਤੋ ਨਿਰਗੁਣ ਤੇ ਸਰਗੁਣ ਭੇਦ ਤੋਂ ਰਹਿਤ ਨੇ, ਅਭੇਵ ਅਭੇਦ ਨੇ, ਇੱਕ ਦੂਸਰੇ ਵਿੱਚ ਵੱਖਰੇ ਨਹੀਂ ਹਨ। ਇਸ ਵਾਸਤੇ ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਨਿਰਗੁਣ ਆਪ ਸਰਗੁਣ ਵੀ ਉਹੀ ਕਰਕੇ ਦੱਸਿਆ ਹੈ। ਤੇ ਇਹ ਬੜਾ ਭਾਰੀ ਝਗੜਾ ਦੁਨੀਆ ਵਿੱਚ ਸੀ। ਮੁਸਲਮਾਨ ਕਹਿੰਦੇ ਸਨ ਅਸੀਂ ਨਿਰਗੁਣ ਨੂੰ ਮੰਨਦੇ ਹਾਂ, ਹਿੰਦੂ ਧਰਮ ਕਹਿੰਦੇ ਅਸੀਂ ਸਰਗੁਣ ਦੇ ਬੁੱਤ ਬਣਾ ਕੇ ਦੇਵੀ ਦੇਵਤਿਆਂ ਦੇ ਅਵਤਾਰਾਂ ਦੇ ਅਸੀਂ ਉਹਨਾਂ ਦੀ ਪੂਜਾ ਕਰਦੇ ਹਾਂ। ਇਸੇ ਗੱਲ ਤੇ ਧਰਮ ਦੇ ਝਗੜੇ ਸਨ, ਬੜੇ ਬੜੇ ਦੰਗਲ ਹੋਏ, ਬੜੇ ਬੜੇ ਇਸ ਪ੍ਰਕਾਰ ਨੁਕਸਾਨ ਹੋਏ। ਪਰ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਇਹ ਵੱਖਰੇ ਨਹੀਂ, ਇੱਕ ਹੀ ਰੂਪ ਹੈ। ਜੋ ਦੋਨੋਂ ਮੈਂ ਭੇਦ ਪਛਾਨੇ। ਜਿਹੜਾ ਇਹਨਾਂ ਦੋਨਾਂ 'ਚ ਫਰਕ ਸਮਝਦਾ ਹੈ ਸੋ ਮਾਨਵ ਜਾਣੋ ਅਣਜਾਣੇ। ਮਹਾਰਾਜ ਕਹਿੰਦੇ ਉਹ ਜਾਣ ਲੋ ਅਣਜਾਣ ਹੈ, ਅਗਿਆਨੀ ਹੈ, ਉਸ ਨੂੰ ਗਿਆਨ ਹੀ ਨਹੀਂ ਮਿਲਿਆ ਅਜੇ ਪਰਮੇਸ਼ਵਰ ਦਾ। ਦੋਹਰਾ ਨਿਰਗੁਣ ਹੋਵੇ ਸਭ ਦੇਹ ਮੈਂ। ਜਿਹੜਾ ਨਿਰਗੁਣ ਹੈ ਸਾਰੇ ਸਰੀਰਾਂ ਵਿੱਚ ਵਿਆਪਕ ਹੋਇਆ, ਜਿਹਦੇ ਨਾਲ ਸਾਰੇ ਸਰੀਰ ਚੱਲ ਰਹੇ ਨਾ। ਦ੍ਰਿਸ਼ਟਾਵਤ ਹੈ ਸੋਏ। ਉਹ ਕਹਿੰਦੇ ਨੇ ਨਿਰਗੁਣ ਦਿਸਦਾ ਹੈ ਸਾਰਿਆਂ ਦੇ ਵਿੱਚ। ਰਿਜ ਮੈਂ ਕਰੇ ਕਲੋਲ ਪੁਨ। ਇਸ ਪ੍ਰਕਾਰ ਸਰੀਰਾਂ ਦੇ ਵਿੱਚ ਉਹ ਵਾਹਿਗੁਰੂ ਵਰਤ ਕਰਕੇ ਅਨੇਕ ਪ੍ਰਕਾਰ ਦੇ ਕੌਤਕ ਕਰਦਾ ਹੈ। ਤਨ ਧਰ ਸਰਗੁਣ ਸੋਏ। ਤੇ ਜਦੋਂ ਕੋਈ ਇਸ ਤਰੀਕੇ ਨਾਲ ਸਰਗੁਣ ਰੂਪ ਧਾਰਨ ਕਰਦਾ ਹੈ ਉਹੀ ਵਾਹਿਗੁਰੂ ਇੱਕ ਪਾਸੇ ਤੇ ਸਾਰਿਆਂ ਹਿਰਦਿਆਂ 'ਚ ਵਿਆਪਕ ਹੈ। ਤੇ ਜਦੋਂ ਕਿਤੇ ਕੋਈ ਸੋ ਜੀਵਾਂ ਦਾ ਭਲਾ ਕਰਨਾ ਹੁੰਦਾ, ਜਿੱਦਾਂ ਗੁਰੂ ਨਾਨਕ ਸਾਹਿਬ ਰੂਪ ਧਾਰ ਕੇ ਦਸੇ ਪਾਤਸ਼ਾਹੀਆਂ ਆਏ ਨੇ, ਉਹ ਸਰਗੁਣ ਦਾ ਰੂਪ ਹੈ। ਚਉਪਈ ਸ੍ਰੀ ਕ੍ਰਿਸ਼ਨ ਭੇ ਹੈ ਅਵਤਾਰਾ। ਇੱਥੇ ਭਗਵਾਨ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ ਧਰਤੀ ਤੇ। ਜਿਨ ਅਵਨੀ ਕੋ ਭਾਰ ਨਿਵਾਰਾ। ਜਿਹਨਾਂ ਧਰਤੀ ਤੋਂ ਪਾਪਾਂ ਦਾ ਦੈਂਤਾਂ ਨੂੰ ਮਾਰ ਕੇ ਭਾਰ ਨਿਵਰਤ ਕੀਤਾ। ਦੇਹ ਕੇ ਚਿਰਤ ਹਿਰਦੇ ਤੁਮ ਧਾਰੋ। ਉਹਨਾਂ ਦੇ ਕੌਤਕਾਂ ਨੂੰ ਹਿਰਦੇ 'ਚ ਧਾਰਨ ਕਰੋ, ਸਿੱਖਿਆ ਲਓ ਉਹਨਾਂ ਤੋਂ। ਸ਼ੁੱਧ ਆਤਮੈ ਕਪਟ ਵਿਸਾਰੋ। ਤੁਸੀਂ ਆਪਣੀ ਆਤਮਾ ਨੂੰ ਸ਼ੁੱਧ ਕਰੋ
ਆਪਣੇ ਹਿਰਦੇ ਵਿੱਚੋਂ ਕਪਟ ਛਲ ਫਰੇਬ ਸਭ ਦੂਰ ਕਰਕੇ ਸ਼ਰਧਾਵਾਨ ਬਣ ਕੇ ਰੱਬ ਦੇ ਨਾਮ ਦਾ ਸਿਮਰਨ ਕਰੋ, ਤੁਹਾਡੇ ਜੀਵਨ ਦਾ ਭਲਾ ਹੋਊਗਾ। ਇਉਂ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਿਰਜ ਭੂਮੀ ਤੇ ਜਾ ਕੇ ਜਿਹੜਾ ਗੋਵਰਧਨ ਪਰਬਤ ਹੈ, ਇਸ ਪ੍ਰਕਾਰ ਕਹਿੰਦੇ ਭਗਵਾਨ ਕ੍ਰਿਸ਼ਨ ਨੇ ਇੱਕ ਚੀਚੀ ਤੇ ਚੱਕ ਲਿਆ ਸੀ ਇੱਕ ਪਾਸਿਓਂ, ਤੇ ਇਹਦਾ ਇੰਦਰ ਨਾਲ ਜੰਗ ਹੋ ਗਿਆ ਸੀ, ਤੇ ਸਾਰੇ ਗੋਪੀਆਂ ਗਊਆਂ ਗਵਾਲੇ ਸਾਰੇ ਥੱਲੇ ਵਾੜ ਕਰਕੇ ਇੰਦਰ ਨੇ ਮੀਂਹ ਪਾਇਆ ਬਹੁਤ ਸਾਰਾ, ਤੇ ਇਹਨੇ ਪਰਬਤ ਟੇਢਾ ਕਰ ਦਿੱਤਾ ਸੀ, ਸਾਰਾ ਪਾਣੀ ਜਮਨਾ 'ਚ ਪਈ ਗਿਆ ਤੇ ਸਾਰਿਆਂ ਨੂੰ ਬਚਾ ਲਿਆ ਸੀ। ਉਹ ਗੋਵਰਧਨ ਪਰਬਤ ਦੀ ਗੱਲ ਆਈ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਹਿੰਦੂ ਧਰਮ ਵਿੱਚ ਬੜਾ ਭਾਰੀ ਵਿਸ਼ਵਾਸ ਹੈ ਇਸ ਪਰਬਤ ਦੇ ਉੱਤੇ। ਸੋ ਇਸ ਪ੍ਰਕਾਰ ਸੋ ਪਤਾ ਲੱਗਦਾ ਮਹਾਂਪੁਰਖਾਂ ਦੇ ਪਾਸੋਂ ਇਹ ਜਦੋਂ ਉਹ ਸਮਾਂ ਆਉਂਦਾ, ਇਹਨਾਂ ਦਾ ਜੋੜ ਮੇਲਾ ਆਉਂਦਾ ਨਾ, ਇਹ ਜਿਹੜੇ ਲੋਕ ਭਗਵਾਨ ਕ੍ਰਿਸ਼ਨ ਦੇ ਉਪਾਸ਼ਕ ਨੇ, ਸਾਧੂ ਲੋਕ, ਉਹ ਜਾਂਦੇ ਨੇ ਤੇ ਜਾ ਕਰਕੇ ਨਾ ਉਸ ਪਹਾੜ ਦੀਆਂ ਡੰਡੌਤ ਪਰਿਕਰਮਾ ਕਰਦੇ ਹੈ। ਸੋ ਨਿਸ਼ਾਨੀ ਲਾ ਕੇ ਇੱਕ ਥਾਂ ਤੇ ਉੱਥੋਂ ਇਸ ਪਰ ਪੈਰ ਰੱਖ ਲੈਣੇ, ਲੰਮੇ ਪੈ ਕੇ ਹੱਥ ਲੰਮਾ ਕਰਕੇ ਨਿਸ਼ਾਨੀ ਲਾ ਲੈਣੀ, ਫਿਰ ਖੜੇ ਹੋ ਕਰਕੇ ਉੱਥੇ ਕੋਲ ਫਿਰ ਅੱਗੇ, ਇਉਂ ਸਾਰੇ ਡੰਡੌਤਾਂ ਕਰ ਕਰਕੇ ਚਾਰ ਚਫੇਰੇ, ਇਉਂ ਉਹ ਪਰਿਕਰਮਾ ਕਰਕੇ ਸ਼ਰਧਾ ਰੱਖਦੇ ਨੇ। ਤੋ ਭਗਵਾਨ ਜੀ ਨੇ ਵੀ ਇੱਥੇ ਐਸੀਆਂ ਕਿਰਪਾ ਕੀਤੀਆਂ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਰਸਾਇਆ ਭਈ ਬਾਕੀ ਫੋਕਟ ਕਰਮ ਹੀ ਹੈ, ਸਭ ਤੋਂ ਵੱਡਾ ਕਰਮ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੈ। ਪੂਰਨ ਸਤਿਗੁਰਾਂ ਨਾਲ ਮਿਲ ਕਰਕੇ ਨਾਮ ਦਾ ਸਿਮਰਨ ਕਰਕੇ ਔਗੁਣਾਂ ਤੇ ਵਿਕਾਰਾਂ ਨੂੰ ਜਿੱਤ ਕਰਕੇ ਤੋ ਮਹਾਰਾਜ ਵਾਹਿਗੁਰੂ ਪਰਮੇਸ਼ਵਰ ਦੀ ਬਖਸ਼ਿਸ਼ ਦੇ ਪਾਤਰ ਬਣਨਾ ਹੈ। ਸਤਿਗੁਰਾਂ ਦਾ ਉਪਦੇਸ਼ ਹਿਰਦੇ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਸ੍ਰੀ ਕ੍ਰਿਸ਼ਨ ਭੇਹਿਆ ਅਵਤਾਰਾ, ਜਿਨ ਅਵਨੀ ਕੋ ਭਾਰ ਨਵਾਰਾ। ਤਿਹ ਕੇ ਚਰਿਤ ਹਿਰਦੇ ਤੁਮ ਧਾਰੋ, ਸੁਧ ਆਤਮੈ ਕਪਟ ਬਿਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।